ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਹਰ ਰੋਜ਼ ਦੀ ਤਰ੍ਹਾਂ ਹੀ ਹਰਮਨ ਸਿੰਘ ਜੀ ਨਾਲ ਨੇ। ਸਤਿ ਸ਼੍ਰੀ ਅਕਾਲ ਟੈਣਾ ਸਾਹਿਬ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ? ਬਹੁਤ ਹੀ ਵਧੀਆ। ਟੈਣਾ ਸਾਹਿਬ, ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਜ਼ਿੰਦਾਬਾਦ। ਅੱਜ ਸਵੇਰੇ ਫੇਰ ਕਿੰਨੀ ਧੁੰਦ ਸੀ। ਹਾਂ, ਕਿੰਨਾ ਕੋਹਰਾ ਪਿਆ, ਕਾਫੀ। ਕਿੰਨੀ ਠੰਡ ਸੀ ਜੀ। ਤੇ ਹੁਣ ਫੇਰ ਧੁੱਪ ਨਿਕਲ ਆਈ ਹੈ। ਹਾਂ ਜੀ। ਤੇ ਇਹਦੇ ਵਿੱਚ ਕੋਈ ਵੱਖਰੀ ਅਲੋਕਾਰੀ ਗੱਲ ਤਾਂ ਹੈ ਨਹੀਂ। ਕਿਉਂ ਨਹੀਂ? ਹਰ ਰੋਜ਼ ਹੁਣ ਜਿਵੇਂ ਜਿਵੇਂ ਜਿਹੜੇ ਦਿਨ ਅੱਗੇ ਵੱਧ ਰਹੇ ਨੇ ਤਿਵੇਂ ਤਿਵੇਂ ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ। ਹੁਣ ਆਪਾਂ ਧੁੰਦ ਦੀ ਆਸ ਨਹੀਂ ਕਰ ਸਕਦੇ ਬਹੁਤੀਆਂ ਥਾਵਾਂ ਤੇ, ਪਰ ਜਿਵੇਂ ਇੱਕਦਮ ਹੀ ਮਤਲਬ ਜਿਹੜਾ ਦਿਨ ਆ ਉਹ ਸਾਫ਼ ਹੋ ਜਾਂਦਾ, ਇੱਕਦਮ ਹੀ ਸਵੇਰੇ ਧੁੰਦ ਕਿਤੇ ਕਿਤੇ ਦੇਖਣ ਨੂੰ ਮਿਲ ਜਾਂਦੀ ਹੈ। ਉਹ ਹੈਰਾਨ ਤਾਂ ਕਰਦੀ ਹੈ। ਦੇਖੋ, ਇਹਨੂੰ ਕਹਿੰਦੇ ਕੁਦਰਤ ਦੀ ਲੀਲਾ। ਇਹ ਮਨੁੱਖ ਦੀ ਆਸ ਦੇ ਮੁਤਾਬਕ ਕੁਝ ਨਹੀਂ ਹੁੰਦਾ ਜੀ। ਮਨੁੱਖ ਤਾਂ ਇਹ ਚਾਹੁੰਦਾ ਜੀ ਕਿ ਹੁਣ ਮੀਂਹ ਪੈ ਜੇ, ਉਦੋਂ ਪੈਂਦਾ ਨਹੀਂ। ਮਨੁੱਖ ਇਹ ਚਾਹੁੰਦਾ ਜੀ ਕਿ ਹੁਣ ਧੁੰਦ ਪਵੇ, ਉਦੋਂ ਪੈਂਦੀ ਨਹੀਂ। ਮਨੁੱਖ ਇਹ ਚਾਹੁੰਦਾ ਵੀ ਜੂਨ ਦੇ ਮਹੀਨੇ ਦੇ ਵਿੱਚ ਠਾਰੀ ਪਵੇ ਤੇ ਉਦੋਂ ਪੈਂਦੀ ਨਹੀਂ। ਸੋ ਇਸ ਕਰਕੇ ਕੁਦਰਤ ਨੇ ਆਪਣੇ ਤਰੀਕੇ ਨਾਲ ਕੰਮ ਕਰਨਾ ਤੇ ਧੁੰਦ ਆ ਜਿਹੜੀ ਉਹ ਹਾਲੇ 3-4 ਦਿਨ ਹੋਰ ਇਵੇਂ ਹੀ ਪੈਣੀ ਆ। ਤੇ ਗੱਲ ਇਹ ਆ ਵੀ ਦਿਨ ਦੇ ਵੇਲੇ ਧੁੱਪ ਇਵੇਂ ਹੀ ਨਿਕਲਦੀ ਰਹਿਣੀ ਆ। ਲਗਾਤਾਰ ਜਿਹੜਾ ਤਾਪਮਾਨ ਆ ਉਹ ਦਿਨ ਦੇ ਵੇਲੇ ਵੱਧ ਰਿਹਾ, 25 ਡਿਗਰੀ ਤੱਕ ਪਹੁੰਚ ਗਿਆ। ਸੋ ਇਸ ਕਰਕੇ ਭਾਈ ਹੌਲੀ ਹੌਲੀ ਠੰਡ ਆ ਜਿਹੜੀ ਉਹ ਘਟਦੇ ਕਰਮ ਦੇ ਵੱਲ, ਗਰਮੀ ਹੌਲੀ 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 ਵੱਧਦੇ ਕਰਮ ਦੇ ਵੱਲ ਜਾਣੀ ਆ। ਮਾਰਚ ਮਹੀਨੇ ਦੇ ਵਿੱਚ ਆਪਾਂ ਪੈਰ ਧਰ ਲੈਣਾ ਥੋੜੇ ਦਿਨਾਂ ਬਾਅਦ, ਤੇ ਫਿਰ ਤਾਂ ਸਮਝ ਲਓ ਵਾਢੀਆਂ ਸ਼ੁਰੂ ਹੋ ਜਾਣੀਆਂ। ਕਿੱਥੇ, ਹਾਲੇ ਤਾਂ ਅੱਧਾ ਫਰਵਰੀ ਪਿਆ। ਥੋੜੇ ਕੁ ਦਿਨਾਂ ਬਾਅਦ ਮੈਂ ਇਹ ਗੱਲ ਕਹੀ ਆ। ਨਹੀਂ ਤੇ ਪਿਛਲੇ ਸਾਲ ਤੁਹਾਨੂੰ ਯਾਦ ਨਹੀਂ ਹੈ ਕਿ ਮਾਰਚ ਦੇ ਪਹਿਲੇ ਹਫਤੇ ਇੱਥੋਂ ਤੱਕ ਕਿ ਦੂਜੇ ਹਫਤੇ ਤੱਕ ਵੀ ਠੰਡ ਜਿਹੜੀ ਆ ਉਹ ਗਈ ਸੀ, ਹੈਨਾ? ਮਤਲਬ ਲੋਕਾਂ ਨੂੰ ਵੀ ਠਾਰੀ ਜੀ ਚੜ੍ਹਦੀ ਸੀ। ਜੇ ਤਾਂ ਪੈ ਗਿਆ ਮੀਂਹ ਤਾਂ ਠੰਡ ਕੁਝ ਦਿਨਾਂ ਵਾਸਤੇ ਫੇਰ ਆਊਗੀ, ਤੇ ਜੇ ਨਾ ਪਿਆ ਤੇ ਫਿਰ ਜਾਊਗੀ। ਸਿੱਧਾ ਸਾਫ਼। ਬਿਲਕੁਲ ਸਹੀ। ਤੇ ਟਾਣਾ ਸਾਹਿਬ, ਅੱਜ ਆਪਾਂ ਇੰਨੇ ਸਾਫ਼ ਸਪਸ਼ਟ ਸਿੱਧੇ ਹੋਏ ਆ, ਕੀ ਚੱਕਰ ਹੈ? ਵੈਸੇ ਹੀ ਮੈਂ ਤਾਂ ਹਰ ਰੋਜ਼ ਹੀ ਆਇਆ ਹੁੰਨਾ। ਅੱਛਾ ਜੀ, ਅੱਜ ਡੱਬੀਆਂ ਵਾਲੀ ਕਮੀਜ਼ ਪਾਈ ਹੈ ਬੜੀ ਦੇਰ ਬਾਅਦ। ਝੱਗਾ ਡੱਬੀਆਂ ਵਾਲਾ ਮੈਂ ਨਵਾਂ ਲਿਆ ਤੇ ਮੈਨੂੰ ਲੱਗਦਾ ਵੀ ਸ਼ਾਇਦ ਚੰਗਾ ਲੱਗੇ, ਤੇ ਜੇ ਨਾ ਵੀ ਲੱਗੇ ਤਾਂ ਵੀ ਕੋਈ ਨਹੀਂ। ਨਹੀਂ, ਅੱਜ ਤਾਂ ਮੈਚਿੰਗਾਂ ਪੂਰੀਆਂ ਨੇ, ਕਮਾਲਾਂ ਕੀਤੀਆਂ ਪਈਆਂ ਨੇ। ਧੰਨਵਾਦ। ਤੇ ਚੱਜ ਦੇ ਵਿਚਾਰ ਦੀ ਪੇਸ਼ਕਾਰੀ ਕਰੀ। ਦੇਖੋ ਵੀ ਚੱਜ ਦਾ ਵਿਚਾਰ ਇਹ ਆ ਵੀ ਸਿਰਫ ਤੇ ਸਿਰਫ ਰਾਜਸੀ ਤਾਕਤ ਮਿਲਣ ਦੇ ਨਾਲ ਕੋਈ ਰਾਜਾ ਨਹੀਂ ਬਣ ਜਾਂਦਾ। ਸਿਰਫ ਰਾਜਸੀ ਤਾਕਤ ਮਿਲਣ ਦੇ ਨਾਲ ਕੋਈ ਰਾਜਾ ਨਹੀਂ ਬਣ ਜਾਂਦਾ। ਅਸਲ ਰਾਜਾ ਉਹ ਹੁੰਦਾ, ਅਸਲ ਹਿੰਮਤੀ ਬੰਦਾ ਉਹ ਹੁੰਦਾ, ਅਸਲ ਦੇ ਵਿੱਚ ਹੁਕਮਰਾਨ ਉਹਨੂੰ ਕਹਿ ਦਈਏ, ਭਾਵੇਂ ਪ੍ਰਧਾਨ ਮੰਤਰੀ ਕਹਿ ਦਈਏ, ਭਾਵੇਂ ਰਾਜਾ ਕਹਿ ਦਈਏ, ਉਹ ਹੁੰਦਾ ਜਿਹਦੇ ਮੂਹਰੇ ਪ੍ਰਜਾ ਦਾ ਸਿਰ ਸਨਮਾਨ ਦੇ ਨਾਲ ਝੁਕੇ ਤੇ ਵੈਰੀਆਂ ਦਾ ਸਿਰ ਡਰਦੇ ਮਾਰੇ ਕੰਬਦੇ ਹੋਏ ਝੁਕੇ। ਪਰ ਇਹ ਨਹੀਂ ਵੀ ਜਿਹੜੀ ਪ੍ਰਜਾ ਉਹਨੂੰ ਵੀ ਆਪਾਂ ਦਬਾਉਣ ਦੀ ਕੋਸ਼ਿਸ਼ ਕਰੀਏ ਤੇ ਫਿਰ ਵੀ ਕਹੀਏ ਆਪਾਂ ਐਂ ਹੁੰਨੇ ਆ। ਹਾਂ, ਤੇ ਪ੍ਰਜਾ ਨੂੰ ਨਵੇਂ ਨਵੇਂ ਨਾਮ ਵੀ ਦਈਏ। ਹਾਂ, ਪ੍ਰਜਾ ਨੂੰ ਨਵੇਂ ਨਵੇਂ ਨਾਮ ਵੀ ਨਹੀਂ ਦੇਣੇ ਚਾਹੀਦੇ। ਪ੍ਰਜਾ ਦੇ ਕਰਕੇ ਤੁਸੀਂ ਸਾਰੇ ਹੋ। ਜੇ ਇਹ ਪ੍ਰਜਾ ਭੋਲੀ ਨਾ ਹੋਵੇ, ਪ੍ਰਜਾ ਜੇਕਰ ਵੋਟਾਂ ਨਾ ਪਾਵੇ, ਪ੍ਰਜਾ ਜੇਕਰ ਤੁਹਾਡੇ ਤੇ ਅੰਨਾ ਵਿਸ਼ਵਾਸ ਨਾ ਕਰੇ ਤਾਂ ਤੁਹਾਨੂੰ ਕਿਹਨੇ ਪੁੱਛਣਾ? ਬਿਲਕੁਲ ਸਹੀ ਗੱਲ। ਮੇਰਾ ਮੱਟੇ ਨਹੀਂ ਸੁਣਾਣਾ ਕਿਸੇ ਨੇ। ਜੀ ਬਿਲਕੁਲ ਸਹੀ ਗੱਲ ਹੈ। ਸਿਰਫ ਤੇ ਸਿਰਫ ਇਸ ਪ੍ਰਜਾ ਦੇ ਕਰਕੇ ਪਹਿਲਾਂ ਹੁੰਦਾ ਸੀ ਨਾ, ਜੋ ਰਾਜੇ ਹੁੰਦੇ ਸੀ ਵੀ ਉਹ ਚੱਲ ਪੀੜੀ ਦਰ ਪੀੜੀ ਭਾਈ ਭਤੀਜਾਵਾਦ ਉਹਦੇ ਚ ਸੀਗਾ, ਪਰ ਹੁਣ ਦੇ ਜਿਹੜੇ ਰਾਜੇ ਨੇ ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਵੀ ਇਹਨਾਂ ਲੋਕਾਂ ਦੀ, ਇਸ ਪ੍ਰਜਾ ਦੀਆਂ ਵੋਟਾਂ ਦਾ ਕਰਕੇ ਹੀ ਤੁਸੀਂ ਰਾਜੇ ਬਣੇ ਹੋ। ਸੋ ਖੈਰ, ਹੁਣ ਮੇਰੇ ਵਾਲੇ ਚਾਹੀਦੇ ਦੇ ਵਿਚਾਰ ਤੇ ਆਈਏ। ਟੈਣਾ ਸਾਹਿਬ, ਅਕਸਰ ਅਸੀਂ ਇਹ ਸੁਣਦੇ ਹਾਂ ਕਿ ਜਿਹੜੇ ਡਾਕਟਰ ਨੇ ਉਹ ਰੱਬ ਦਾ ਦੂਸਰਾ ਰੂਪ ਹੁੰਦੇ ਨੇ, ਪਰ ਸਭ ਤੋਂ ਵੱਡਾ ਡਾਕਟਰ ਕਿਹੜਾ ਭਲਾ? ਸਭ ਤੋਂ ਵੱਡਾ ਡਾਕਟਰ ਤੁਸੀਂ ਆਪਦੇ ਡਾਕਟਰ ਵੈਸੇ ਤਾਂ ਆਪ ਹੀ ਹੋ ਵੀ ਤੁਸੀਂ ਆਪਦੇ ਆਪ ਨੂੰ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰੋ। ਦਵਾਈ ਬੂਟੀ ਦੇਸੀ ਵਰਤਦੇ ਰਹੋ ਤੇ ਪਰਹੇਜ਼ ਕਰੋ, ਤੇ ਉਸ ਤੋਂ ਬਾਅਦ ਤੁਸੀਂ ਡਾਕਟਰ ਦੇ ਵੱਸ ਪੈਂਦੇ ਜਦੋਂ। ਤੇ ਹੁਣ ਡਾਕਟਰ ਬੜੇ ਮਹਿੰਗੇ ਪੈਂਦੇ ਆ। ਸੋ ਇਸ ਕਰਕੇ ਦੇਖੋ ਕੌਣ ਕਿਹਨੂੰ ਕੀ ਮੰਨਦਾ। ਮੈਂ ਸਭ ਤੋਂ ਵੱਡਾ ਡਾਕਟਰ ਪੁੱਛਿਆ ਸੀ। ਹਾਂ, ਉਹ ਕੌਣ ਹੈ? ਕੌਣ ਕਿਹਦੇ ਵੱਸ ਪੈਂਦਾ ਹੈ? ਪਰਹੇਜ ਕਰੋ, ਇਹ ਕਰੋ, ਇੱਧਰ ਤਾਂ ਮੈਂ ਗਈ ਨਹੀਂ। ਇੰਨੀ ਲੰਮੀ ਕਹਾਣੀ ਪਾਉਣ ਦੀ ਥਾਂ ਤੇ ਜੇ ਪਤਾ ਹੋਵੇ ਤਾਂ ਆਪ ਹੀ ਦੱਸ ਦੇਈਦਾ। ਜਿਹੜੀ ਗੱਲ ਦਾ ਪਤਾ ਹੁੰਦਾ ਨਾ, ਬੰਦਾ ਉਸ ਗੱਲ ਦਾ ਬੜਾ ਵਿਸਥਾਰ ਪੁੱਛਦਾ ਹੁੰਦਾ। ਦੱਸ ਕਾ ਫਿਰ ਪਤਾ? ਸਾਡੇ ਤਾਂ ਥੜਾ ਲਾਲ ਕਬੂਤਰ ਖੜਾ ਕੀ ਕਹਿੰਦਾ? ਚੰਗਾ ਚੋਖਾ ਖਾਵੇ, ਦਿਨੋਂ ਦਿਨ ਘਟਦੀ ਜਾਵੇ, ਕੀ ਕਹਿੰਦੇ ਆ? ਪਤਾ ਹੁੰਦਾ ਵੀ ਇਹਨੂੰ ਕੜਛੀ ਕਹਿੰਦੇ ਆ। ਤੇ ਜਿਹੜੀ ਗੱਲ ਦਾ ਆਪ ਨੂੰ ਪਤਾ, ਬੰਦਾ ਉਹਦੇ ਬਾਰੇ ਜ਼ਰੂਰ ਪੁੱਛਦਾ ਹੁੰਦਾ, ਤੈਨੂੰ ਪਤਾ? ਤੇ ਜਿਹੜੀ ਗੱਲ ਆਪ ਨੂੰ ਨਾ ਪਤਾ ਹੋਏ ਨਾ, ਉਹਦੇ ਬਾਰੇ ਸਿੱਧਾ ਕਹਿ ਦੇਣਾ ਚਾਹੀਦਾ, ਮੈਨੂੰ ਨਹੀਂ ਪਤਾ। ਚਲੋ, ਮੈਨੂੰ ਇਹਦੇ ਬਾਰੇ ਨਹੀਂ ਪਤਾ। ਨਹੀਂ ਘਟਦਾ ਕਿਸੇ ਇਨਸਾਨ ਦਾ। ਬੰਦਾ ਸਿੱਧਾ ਸਪਸ਼ਟ ਕਹਿ ਦੇ ਵੀ ਮੈਂ ਨਹੀਂ ਜਾਣਦਾ ਜੀ, ਇਹਦੇ ਚ ਕੋਈ ਸਮੱਸਿਆ ਨਹੀਂ ਸੀ। ਹਾਂ, ਮੁੱਖ ਗੱਲ ਇਹ ਸੀ ਕਿ ਸਭ ਤੋਂ ਵੱਡਾ ਡਾਕਟਰ ਵਕਤ ਹੁੰਦਾ, ਕਿਉਂਕਿ ਜਦੋਂ ਇਹ ਵਕਤ ਆਪਣੀ ਚਾਲ ਚੱਲਦਾ ਹੈ ਨਾ ਤਾਂ ਫਿਰ ਵੱਡੇ ਵੱਡੇ ਜ਼ਖਮ ਜਿਹੜੇ ਨੇ ਉਹ ਆਪਣੇ ਆਪ ਭਰ ਜਾਂਦੇ ਨੇ, ਜਾਂ ਬਹੁਤ ਵਾਰ ਗਹਿਰੇ ਡੂੰਘੇ ਨਿਸ਼ਾਨ ਛੱਡਣ ਵਾਲੇ ਜਿਹੜੇ ਜ਼ਖਮ ਨੇ ਉਹ ਇਹ ਵਕਤ ਦੇ ਵੀ ਜਾਂਦਾ। ਦੇਖੋ, ਇਹ ਸਿਆਣੇ ਕਹਿੰਦੇ ਆ ਵੀ ਸਮਾਂ ਵੱਡੇ ਤੋਂ ਵੱਡਾ ਜ਼ਖਮ ਭਰ ਦਿੰਦਾ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਡਾਕਟਰ ਦੇ ਕੋਲ ਜਾਣਾ ਹੀ ਨਹੀਂ। ਇਹਦਾ ਮਤਲਬ ਇਹ ਹੁੰਦਾ ਵੀ ਹਰ ਰੋਜ਼ ਘਟਨਾਵਾਂ ਇੰਨੀਆਂ ਵਾਪਰਦੀਆਂ
ਵੀ ਜੋ ਕੁਝ ਹੋਇਆ ਵਾਪਰਿਆ ਉਹਦੇ ਨਾਲੋਂ ਕਈ ਵਾਰ ਕੁਝ ਵੱਡਾ ਹੋ ਜਾਂਦਾ, ਕਈ ਵਾਰ ਕੁਝ ਛੋਟਾ ਹੁੰਦਾ, ਉਹ ਚੇਤੇ ਦੀ ਚੰਗੇਰ ਦੇ ਵਿੱਚੋਂ ਕੁਝ ਹੱਦ ਤੱਕ ਕਿਰ ਜਾਂਦਾ। ਵੈਸੇ ਤਾਂ ਸਾਡੇ ਨਾਲ ਜੋ ਕੁਝ ਹੁੰਦਾ ਵਾਪਰਦਾ ਸਾਡੇ ਚੇਤੇ ਦੇ ਵਿੱਚ ਜਮਾ ਰਹਿੰਦਾ, ਪਰ ਨਵੀਂ ਘਟਨਾ ਜਿਹੜੀ ਉਹ ਸਾਡੇ ਚੇਤੇ ਦੇ ਉੱਤੇ ਡੂੰਘਾ ਅਸਰ ਕਰਦੀ ਹੈ, ਪਿਛਲੀ ਥੋੜੀ ਜਿਹੀ ਕਿਰ ਜਾਂਦੀ ਹੈ, ਫਿਰ ਇੱਕ ਹੋਰ ਚੀਜ਼ ਆਉਂਦੀ ਹੈ ਚੰਗੀ ਮੰਦੀ, ਉਹ ਫਿਰ ਪਿਛਲੀ ਨੂੰ ਕਰ ਜਾਂਦੀ ਪਿੱਛੇ। ਸੋ ਇਸ ਕਰਕੇ ਇਦਾਂ, ਪਰ ਡਾਕਟਰ ਦੇ ਕੋਲੇ ਵੀ ਜਾਣਾ ਪੈਂਦਾ। ਆਸ, ਅਰਦਾਸ, ਡਾਕਟਰ, ਵਕਤ, ਸਭ ਦਾ ਸਤਿਕਾਰ ਵੀ ਕਰਨਾ ਚਾਹੀਦਾ ਤੇ ਸਭ ਦੇ ਉੱਤੇ ਨਿਰਭਰ ਵੀ ਬੰਦੇ ਨੂੰ ਰਹਿਣਾ ਚਾਹੀਦਾ ਜੀ। ਇੰਨੀ ਗੱਲ ਸੀ। ਹਾਂ, ਜੱਜ ਦਾ ਵਿਚਾਰ। ਟਾਣਾ ਸਾਹਿਬ, ਆਉਂਦੇ ਤੁਸੀਂ ਰਾਜੇ ਦੀ ਗੱਲ ਕੀਤੀ ਸੀ ਤੇ ਹੁਣ ਵੀ ਆਪਾਂ ਫਿਰ ਰਾਜੇ ਦੀ ਗੱਲ ਹੀ ਕਰ ਲਈਏ। ਰਾਜੇ ਦਾ ਭਾਸ਼ਣ ਅੱਜ ਕੱਲ ਬਹੁਤ ਚਰਚਾ ਦੇ ਵਿੱਚ ਨਹੀਂ, ਉਹ ਰਾਜਾ ਸਾਹਿਬ ਤਾਂ ਕਹਿੰਦੇ ਵੀ ਮੈਂ ਤਾਂ ਸੇਵਾਦਾਰ ਹਾਂ, ਮੈਂ ਤਾਂ ਚੌਕੀਦਾਰ ਹਾਂ। ਅੱਛਾ, ਹਾਂ, ਤੁਹਾਨੂੰ ਪਤਾ ਨਹੀਂ ਕੁਝ ਕੁ ਸਮਾਂ ਪਹਿਲਾਂ ਸਾਰੇ ਜਿਹੜੇ ਨੇਤਾ ਜਿਹੜੇ ਕਿ ਭਾਜਪਾ ਦੇ ਨਾਲ ਸੰਬੰਧਿਤ ਆ, ਉਹਨਾਂ ਨੇ ਆਪਣੇ ਫੇਸਬੁੱਕ ਸਫਿਆਂ ਦੇ ਉੱਤੇ ਲਿਖਣਾ ਸ਼ੁਰੂ ਕਰਤਾ ਸੀ, ਮੈਂ ਵੀ ਚੌਕੀਦਾਰ ਹਾਂ, ਚੌਕੀਦਾਰ ਫਲਾਣਾ ਸਿੰਘ, ਚੌਕੀਦਾਰ ਫਲਾਣਾ ਕੁਮਾਰ, ਚੌਕੀਦਾਰ ਫਲਾਣਾ। ਸੋ ਇਦਾਂ ਦੀ ਗੱਲ ਚੱਲੀ ਸੀ। ਤੁਸੀਂ ਕਿਹੜੀ ਗੱਲੋਂ ਕਹਿੰਦੇ ਵੀ ਉਹ ਰਾਜੇ ਆ? ਨਹੀਂ, ਕਹਿਣ ਨੂੰ ਮੈਂ ਵੀ ਕਹਿੰਨੀ ਆ ਵੀ ਮੈਂ ਮਤਲਬ ਇਸ ਦੁਨੀਆ ਦੇ ਵਿੱਚ ਮਹਾਰਾਣੀ। ਹਾਂ, ਕਹਿਣ ਨਾਲ ਕੁਛ ਨਹੀਂ ਹੁੰਦਾ ਟਾਣਾ ਸਾਹਿਬ, ਪਰ ਮੈਂ ਰਾਜੇ ਦੀ ਗੱਲ ਇਸ ਲਈ ਕਰ ਰਹੀ ਹਾਂ ਕਿਉਂਕਿ ਉਹਨਾਂ ਨੇ ਜਿਹੜੇ ਭਾਸ਼ਣ ਦਿੱਤੇ ਨੇ, ਜੋ ਗੱਲਾਂ ਬਾਤਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ, ਉਹ ਉਹਨਾਂ ਗੱਲਾਂ ਤੋਂ ਇਉਂ ਲੱਗ ਰਿਹਾ ਕਿ ਚਾਹੇ ਜਦੋਂ ਤੱਕ ਗੁਲਾਮ ਨਬੀ ਆਜ਼ਾਦ ਹੋਰਾਂ ਦੀ ਉੱਥੋਂ ਵਿਦਾਇਗੀ ਸੀ ਉਸ ਵੇਲੇ ਤਾਂ ਉਹ ਚਾਹੇ ਬਹੁਤ ਭਾਵੁਕ ਹੋਏ ਸੀ, ਅੱਖਾਂ ਦੇ ਵਿੱਚ ਹੰਝੂ ਉਹਨਾਂ ਦੇ ਜਿਹੜੇ ਸੀਗੇ, ਪਰ ਜੋ ਕੁਝ ਪਿਛਲੇ 4-5 ਮਹੀਨਿਆਂ ਤੋਂ ਪੂਰੇ ਭਾਰਤ ਦੇ ਵਿੱਚ ਹੋ ਰਿਹਾ ਹੈ ਉਹਦੇ ਬਾਬਤ ਉਹਨਾਂ ਦੇ ਵਿਚਾਰ ਹਾਲੇ ਵੀ ਨਹੀਂ ਬਦਲੇ ਹੈਗੇ, ਉਹਦੇ ਬਾਬਤ ਹਾਲੇ ਵੀ ਉਹ ਭਾਵੁਕ ਨਹੀਂ ਹੋਏ, ਉਹਦੇ ਬਾਬਤ ਹਾਲੇ ਵੀ ਉਹ ਕੁਝ ਸੋਚਣ ਲਈ ਤਿਆਰ ਨਜ਼ਰ ਨਹੀਂ ਆ ਰਹੇ। ਦੇਖੋ, ਇੱਕ ਤਾਂ ਗੱਲ ਇਹ ਆ ਵੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜਿਹੜੇ ਉਹਨਾਂ ਨੇ ਪਿਛਲੇ ਦਿਨੀ ਰਾਜ ਸਭਾ ਦੇ ਵਿੱਚ ਭਾਸ਼ਣ ਦਿੱਤਾ, ਲਗਭਗ 75 ਮਿੰਟ ਜੀ। ਉਹਨਾਂ ਨੇ ਉੱਥੇ ਅੰਦੋਲਨਕਾਰੀਆਂ ਨੂੰ ਅੰਦੋਲਨ ਜੀਵੀ ਵੀ ਕਿਹਾ। ਉਹ ਕਹਿੰਦੇ ਵੀ ਇਸ ਅੰਦੋਲਨ ਦੇ ਵਿੱਚ ਕਈ ਜੀਵੀ ਆ ਗਏ ਆ। ਜੀਵੀ ਗੱਲ ਆ ਜਿਹੜੀ, ਇਹ ਗਾਲ ਵਰਗੀ ਆ। ਬਲਵੀਰ ਸਿੰਘ ਰਾਜੇਵਾਲ ਤੇ ਹੋਰ ਕਿਸਾਨ ਆਗੂਆਂ ਨੇ ਕਿਹਾ ਵੀ ਸਾਨੂੰ ਇਸ ਗੱਲ ਦੀ ਆਸ ਨਹੀਂ ਸੀ। ਟਕੈਤ ਹੋਰੀ ਤਾਂ ਇਹ ਗੱਲ ਕਹਿੰਦੇ ਆ ਵੀ ਗਾਜੀਪੁਰ ਦੇ ਬਾਰਡਰ ਦੇ ਉੱਤੇ ਕਿਸੇ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਗਾਲ ਨਹੀਂ ਕੱਢਣੀ, ਅਪਸ਼ਬਦ ਨਹੀਂ ਬੋਲਣੇ, ਤੇ ਹੁਣ ਕਿਸਾਨ ਆਗੂ ਕਹਿੰਦੇ ਵੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਖੜ ਕੇ ਸਾਨੂੰ ਅੰਦੋਲਨ ਜੀਵੀ ਗਾਲ ਵਾਂਗੂ ਲੱਗਦਾ, ਇਹ ਸਾਨੂੰ ਗਾਲ ਕਿਉਂ ਕੱਢਦੇ ਆ, ਸਾਡਾ ਕਸੂਰ ਕੀ ਆ? ਹੁਣ ਜਦੋਂ ਪ੍ਰਧਾਨ ਮੰਤਰੀ ਨੇ ਗੱਲ ਕਹੀ ਆ ਕਿ ਦੇਖੋ ਜੀ ਪੰਜਾਬ ਦੇ ਵਿੱਚ ਮੋਬਾਈਲ ਟਾਵਰ ਤੋੜੇ ਗਏ ਆ, ਇਹ ਕਿਹੜੀ ਕਿਸਾਨੀ ਮੰਗ ਹੋਈ? ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਟੋਲ ਪਲਾਜ਼ੇ ਬੰਦ ਕੀਤੇ ਗਏ ਆ, ਇਹ ਕਿਹੜੀ ਕਿਸਾਨੀ ਮੰਗ ਹੋਈ? ਉਹ ਕਹਿੰਦੇ ਵੀ ਕਾਨੂੰਨਾਂ ਦਾ ਰੰਗ ਹੀ ਦੱਸੀ ਜਾਂਦੇ, ਇਹ ਤੋਂ ਕਾਲੇ ਹੈ, ਇਹ ਤੋਂ ਐਸੇ ਹੈ, ਇਹ ਤੋਂ ਵੈਸੇ ਹੈ, ਸਾਨੂੰ ਗਲਤੀ ਦੱਸੋ, ਆਪਾਂ ਸੋਧ ਕਰ ਲੈਂਦੇ ਆ। ਪ੍ਰਧਾਨ ਮੰਤਰੀ ਦੀਆਂ ਗੱਲਾਂ ਤੋਂ ਇਹ ਗੱਲ ਪੱਕੀ ਮੈਨੂੰ ਜਾਪਦਾ ਬਈ ਉਹ ਖੇਤੀ ਕਾਨੂੰਨ ਰੱਦ ਕਰਨ ਦੇ ਪੱਖ ਦੇ ਵਿੱਚ ਤਾਂ ਭੋਰਾ ਵੀ ਹੈ ਨਹੀਂ, ਉਹ ਸੋਧ ਕਰਨ ਵਾਲੀ ਗੱਲ ਦੇ ਉੱਤੇ ਟਿਕੇ ਹੋਏ ਆ। ਉਸ ਤੋਂ ਅਗਲੀ ਗੱਲ ਇਹ ਆ, ਉਹਨਾਂ ਨੇ ਕਹੀ, ਕਹਿੰਦੇ ਜੀ ਅਸਲ ਦੇ ਵਿੱਚ ਇਸ ਪਵਿੱਤਰ ਅੰਦੋਲਨ ਦੇ ਵਿੱਚ ਅੰਦੋਲਨ ਜੀਵੀ ਵੜ ਗਏ ਆ, ਜਿਹੜੇ ਕਿ ਦੰਗਾਕਾਰੀ ਆ, ਜਿਹੜੇ ਕਿ ਇਸ ਵਕਤ ਸੰਪਰਦਾਇਕਤਾ ਦੀ ਗੱਲ ਕਰਦੇ ਆ, ਹੋਰ ਕਈ ਨੁਕਸਾਨ ਕਰਦੇ। ਪਰ ਸਵਾਲ ਇਹ ਆ ਵੀ 26 ਤਰੀਕ ਤੱਕ ਤਾਂ ਸਾਰਾ ਕੁਝ ਸਹਿਜ ਮਤੇ ਚੱਲਦਾ ਸੀ। 26 ਤਰੀਕ ਨੂੰ ਘਟਨਾ ਵਾਪਰੀ, ਆਪਾਂ ਮੰਨਦੇ ਵੀ ਕੁਝ ਲੋਕਾਂ ਨੇ ਗਲਤੀ ਕਰਤੀ, ਮੰਨ ਗਏ, ਪਰ 25 ਤਰੀਕ ਤੱਕ 11 ਮੀਟਿੰਗਾਂ ਹੋ ਚੁੱਕੀਆਂ ਸੀਗੀਆਂ। 26 ਤੋਂ ਪਹਿਲਾਂ 11 ਮੀਟਿੰਗਾਂ ਹੋਈਆਂ। ਉਹ 11 ਮੀਟਿੰਗਾਂ ਦੇ ਵਿੱਚ ਪਵਿੱਤਰ ਅੰਦੋਲਨ ਕਰਨ ਵਾਲਿਆਂ ਦੀ ਤੁਸੀਂ ਗੱਲ ਕਿਉਂ ਨਹੀਂ ਮੰਨੀ ਗਈ? ਫਿਰ ਇਸ ਗੱਲ ਤੇ ਆ ਜਾਓ। ਉਦੋਂ ਤੱਕ ਤਾਂ ਕੋਈ ਦੰਗਾਕਾਰੀ ਨਹੀਂ ਸੀ, ਨਾ ਕੋਈ ਸੰਪਰਦਾਇਕਤਾ ਦੀ ਗੱਲ ਸੀ, ਤੇ ਨਾ ਹੀ ਕਿਸੇ ਨੂੰ ਪਤਾ ਸੀ ਕਿ ਇਦਾਂ ਦਾ ਕੁਝ ਹੋਣ ਵਾਲਾ ਹੈ। ਬਿਲਕੁਲ ਸਹੀ ਜੀ। ਸੋ ਇਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਦੇ ਇਸ ਭਾਸ਼ਣ ਦੇ ਉੱਤੇ ਸਵਾਲ ਖੜਾ ਹੋ ਗਿਆ। ਉਸ ਤੋਂ ਅਗਲੀ ਉਹ ਗੱਲ ਕਹਿੰਦੇ ਆ ਵੀ ਹੁਣ ਜਦੋਂ ਇਹ ਕਹਿੰਦੇ ਨਾ ਵੀ ਅਸੀਂ ਕਿਹੜਾ ਕਾਨੂੰਨ ਮੰਗਿਆ ਸੀ, ਤੇ ਹੁਣ ਮੰਗਣ ਵਾਲੀ ਗੱਲ ਨਹੀਂ, ਹੁਣ ਤਾਂ ਦੇਣ ਵਾਲੀ ਗੱਲ ਆ, ਕਿਉਂਕਿ ਅਸੀਂ ਤਾਂ ਆਯੁਸ਼ਮਾਨ ਸਕੀਮ ਵੀ ਲੈ ਕੇ ਆਂਦੀ ਆ, ਇਹ ਕਿਹੜਾ ਮੰਗੀ ਸੀ? ਅਸੀਂ ਗਰੀਬਾਂ ਦੇ ਲਈ ਟੋਇਲਟਾਂ ਬਣਾ ਕੇ ਦਿੱਤੀਆਂ, ਇਹ ਕਿਹੜਾ ਮੰਗੀਆਂ ਸੀ? ਆਪ ਬਣਾ ਕੇ ਦਿੱਤੀਆਂ। ਅਸੀਂ ਗਰੀਬਾਂ ਦੇ ਖਾਤੇ ਖੁਲਵਾਏ ਆ, ਉਹਨਾਂ ਨੇ ਕਿਹੜਾ ਮੰਗੇ ਸੀ ਖਾਤੇ ਖੋਲੋ, ਅਸੀਂ ਤਾਂ ਵੀ ਖੁਲਵਾਤੇ ਆ। ਇਸ ਕਰਕੇ ਖੇਤੀ ਕਾਨੂੰਨ ਜੇਕਰ ਨਹੀਂ ਮੰਗੇ ਸੀ, ਪਰ ਦੇਸ਼ ਦੀਆਂ ਬਦਲਦੀਆਂ ਹੋਈਆਂ ਪ੍ਰਸਥਿਤੀਆਂ ਦੇ ਮੁਤਾਬਕ ਇਹੋ ਜਿਹੇ ਫੈਸਲੇ ਸਾਨੂੰ ਕਰਨੇ ਪਏ ਆ। ਪ੍ਰਧਾਨ ਮੰਤਰੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਆ, ਕਿਸੇ ਦੇ ਘਰੇ ਤੁਸੀਂ ਗੁਸਲਖਾਨਾ ਬਣਵਾਤਾ, ਕਿਸੇ ਦੇ ਬਣਵਾਤੀ ਟਾਇਲਟ, ਉਹਦੇ ਨਾਲ ਕਿਸੇ ਦਾ ਨੁਕਸਾਨ ਨਹੀਂ ਹੁੰਦਾ, ਤੇ ਖੇਤੀ ਕਾਨੂੰਨ ਨੁਕਸਾਨਦਾਇਕ ਆ, ਇਸ ਕਰਕੇ ਅੰਦੋਲਨ ਚੱਲਦਾ। ਤੁਸੀਂ ਕਿਸੇ ਦੇ ਘਰ ਦੇ ਵਿੱਚ ਲੈਟਰੀਨਾਂ ਬਣਵਾਉਂਦੇ ਹੋ ਤੇ ਬੰਦੇ ਹੁਣ ਅੰਦੋਲਨ ਕਰਨ, ਤੁਸੀਂ ਕਹਿੰਦੇ ਹੋ ਆਜੋ ਖਾਤਾ ਖੋਲਦੇ ਆ, ਖਾਤਾ ਖੋਲੇ ਦੇ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ, ਇਸ ਕਰਕੇ ਕਿਸੇ ਨੇ ਕੁਝ ਕਿਹਾ ਨਹੀਂ। ਤੁਸੀਂ ਸਕੀਮਾਂ ਸਿਹਤ ਦੀਆਂ ਸ਼ੁਰੂ ਕਰਨ ਦੀ ਗੱਲ ਕੀਤੀ ਹੈ, ਉਹਦੇ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ। ਪਰ ਇੱਥੇ ਉਹ ਲੋਕ ਆ, ਜੇਕਰ ਕਿਸੇ ਦਾ ਟਾਇਲਟ ਬਣਾਉਣ ਦੇ ਨਾਲ ਨੁਕਸਾਨ ਹੁੰਦਾ ਹੋਵੇ, ਖਾਤਾ ਖੁਲਵਾਉਣ ਦੇ ਨਾਲ ਨੁਕਸਾਨ ਹੁੰਦਾ ਹੋਵੇ, ਉਹ ਵੀ ਸ਼ਾਇਦ ਇਦਾਂ ਹੀ ਆਵਾਜ਼ ਬੁਲੰਦ ਕਰਨ। ਇਸ ਕਰਕੇ ਤੁਲਨਾ ਤੁਹਾਡੀ ਗਲਤ ਆ ਇਹ ਜੀ। ਅਰਮਨ ਜੀ, ਹੇਮਾ ਮਾਲਿਨੀ ਹੋਰਾਂ ਨੇ ਬੜੇ ਸੋਹਣੇ ਫਿਰ ਵਿਚਾਰ ਦਿੱਤੇ, ਆਪਣੇ ਵੱਲੋਂ ਤਾਂ ਸੋਹਣੇ ਦਿੱਤੇ ਆ, ਹਰ ਵਾਰੀ ਦਿੰਦੇ ਨੇ। ਹਾਂ ਬਿਲਕੁਲ, ਉਹ ਤੇ ਉਹਨਾਂ ਦੇ ਪਰਿਵਾਰ ਦੇ ਬਾਕੀ ਜੀ ਆ ਜਿਹੜੇ, ਉਹ ਇਹਨਾਂ ਵਿਚਾਰਾਂ ਦੇ ਕਰਕੇ ਹੀ ਪਿਛਲੇ ਦਿਨੀ ਪਟਿਆਲੇ ਦੇ ਵਿੱਚ ਫਿਲਮ ਦੀ ਸ਼ੂਟਿੰਗ ਨਹੀਂ ਸੀ ਕਰ ਸਕੇ ਜੀ। ਉਹਨਾਂ ਦਾ ਪੁੱਤਰ ਆ ਜਿਹੜਾ ਬੌਬੀ ਦਿਓਲ, ਤੇ ਉਹਦੀ ਫਿਲਮ ਦੀ ਸ਼ੂਟਿੰਗ ਹੋਣੀ ਸੀਗੀ ਤੇ ਕਿਸਾਨਾਂ ਨੇ ਰੋਕਤਾ।
ਉਹ ਕਹਿੰਦੇ ਵੀ ਨਹੀਂ ਪਹਿਲਾਂ ਮੰਮੀ ਨੂੰ ਤੇ ਵੱਡੇ ਭਰਾ ਨੂੰ ਸਮਝਾਓ, ਆਪਾਂ ਫੇਰ ਗੱਲ ਕਰਦੇ ਆ। ਤੇ ਮੰਮੀ ਨੇ ਫੇਰ ਉਹੀ ਗੱਲ ਕਰਤੀ ਹੈ। ਹਾਂ, ਉਹ ਕਹਿੰਦੇ ਹਮ ਨਹੀਂ ਸੁਧरेंगे। ਹਾਂ ਜੀ, ਮੰਮੀ ਹੋਰਾਂ ਨੇ ਇਹ ਗੱਲ ਕਹੀ ਆ, ਉਹ ਕਹਿੰਦੇ ਵੀ ਖੇਤੀ ਕਾਨੂੰਨ ਬਹੁਤ ਵਧੀਆ, ਤੇ ਪ੍ਰਧਾਨ ਮੰਤਰੀ ਸਾਹਿਬ ਦਿਨ ਰਾਤ ਇੱਕ ਕਰ ਰਹੇ ਜਦੋਂ ਕਿਸਾਨੀ ਦੇ ਲਈ, ਤਾਂ ਫਿਰ ਕਿਹੜੀ ਗੱਲੋਂ ਵਿਰੋਧ ਕੀਤਾ ਜਾ ਰਿਹਾ? ਤੁਸੀਂ ਕਾਨੂੰਨ ਲਾਗੂ ਤਾਂ ਹੋਣ ਦਿਓ, ਜੇ ਕੋਈ ਨੁਕਸ ਹੋਇਆ ਠੀਕ ਕਰ ਲਾਂਗੇ। ਅੱਛਾ, ਜਦੋਂ ਤੱਕ ਲਾਗੂ ਨਹੀਂ ਹੋਏ ਉਦੋਂ ਤੱਕ ਤਾਂ ਤੁਸੀਂ ਨੁਕਸ ਠੀਕ ਕਰਨ ਨੂੰ ਤਿਆਰ ਨਹੀਂ ਹੈਗੇ, ਤੇ ਕਹਿੰਦੇ ਹੋ ਲਾਗੂ ਹੋਣ ਦਿਓ, ਮਤਲਬ ਸਾਰਾ ਕੁਝ ਸਹੀ ਤਰੀਕੇ ਚੱਲ ਲੈਣ ਦਿਓ, ਤੇ ਉਸ ਤੋਂ ਬਾਅਦ ਅਸੀਂ ਜੇ ਇਹਦੇ ਚ ਕੋਈ ਨੁਕਸ ਹੋਇਆ ਤਾਂ ਠੀਕ ਕਰ ਦਾਂਗੇ। ਵਾਹ ਹੋਏ ਤੁਹਾਡੇ, ਬੜੇ ਸਿਆਣੇ ਹੋ ਤੁਸੀਂ ਆਪਣੇ ਘਰ ਨੂੰ। ਵੀ ਮਤਲਬ ਹੁਣ ਤਾਂ ਜਦੋਂ ਤੁਸੀਂ ਕਹਿੰਦੇ ਹੋ ਵੀ ਕਾਨੂੰਨ ਬਣ ਗਿਆ ਹੈ, ਅਸੀਂ ਨਹੀਂ ਬਦਲਾਂਗੇ, ਅਸੀਂ ਆਹ ਨਹੀਂ ਕਰਾਂਗੇ, ਉਹ ਨਹੀਂ ਕਰਾਂਗੇ, ਉਦੋਂ ਤੁਸੀਂ ਟਸ ਤੋਂ ਮਸ ਨਹੀਂ ਹੋ ਰਹੇ, ਤੇ ਬਾਅਦ ਚ ਤੁਸੀਂ ਕਹਿੰਦੇ ਹੋ ਵੀ 3 ਸਾਲ ਦੇਖ ਲਓ ਪਹਿਲਾਂ ਵਰਤ ਕੇ, ਜੇ ਕੁਝ ਲੱਗਿਆ ਤਾਂ ਫਿਰ ਦੇਖ ਲਾਂਗੇ, ਕਰ ਦਾਂਗੇ। ਫਿਰ ਬਾਅਦ ਤੁਸੀਂ ਜਾਂ ਤਾਂ ਸਾਰਾ ਕੁਝ ਲਿਖ ਕੇ ਦਿਓ ਨਾ। ਐਮਐਸਪੀ ਦੇ ਬਾਰੇ ਚ ਤੁਸੀਂ ਇਹ ਕਹਿੰਦੇ ਹੋ ਕਿ ਸੀ ਹੈ ਤੇ ਰਹੇਗੀ, ਉਹਦੇ ਬਾਰੇ ਚ ਲਿਖ ਕੇ ਦੇਣ ਨੂੰ ਤਾਂ ਤੁਸੀਂ ਤਿਆਰ ਨਹੀਂ ਹੈਗੇ, ਤੇ ਕਾਨੂੰਨਾਂ ਦੇ ਵਿੱਚ ਬਦਲਾਅ ਕਿੱਦਾਂ ਕਰ ਦੋਗੇ ਬਾਅਦ ਚ? ਹਿੰਮਤ ਜੀ ਨੂੰ ਬੇਨਤੀ ਇਹ ਆ ਵੀ ਤੁਸੀਂ ਹੈਗੇ ਆ ਸਾਹਨੇਵਾਲ ਦੀ ਨੂੰਹ ਰਾਣੀ। ਨੂੰਹ ਰਾਣੀ ਆਪਦੇ ਸਹੁਰਿਆਂ ਦੇ ਬਾਰੇ ਕਦੇ ਵੀ ਇਦਾਂ ਨਹੀਂ ਗੱਲ ਕਰਦੀ। ਨੂੰਹ ਰਾਣੀ ਨੂੰ ਚਾਹੀਦਾ ਕਿ ਪੰਜਾਬ ਦੀ ਕਿਸਾਨੀ ਦੇ ਬਾਰੇ ਵੀ, ਜਿਹੜੇ ਅੰਦੋਲਨਕਾਰੀ ਆ ਉਹਨਾਂ ਦੇ ਬਾਰੇ ਵੀ, ਉਹ ਅੰਦੋਲਨ ਜੀਵੀ ਨਹੀਂ ਆ, ਤੇ ਜਿਹੜੇ ਬਾਕੀ ਵੱਖ-ਵੱਖ ਸੂਬਿਆਂ ਦੇ ਲੋਕ ਆ ਉਹਨਾਂ ਦੇ ਬਾਰੇ ਵੀ ਸੋਚਿਆ ਜਾਵੇ। ਆਪਾਂ ਇਹਨਾਂ ਲੋਕਾਂ ਦੇ ਖੇਤਾਂ ਦੇ ਵਿੱਚ ਹੀ ਹੁਣ ਤੱਕ ਠੁਮਕੇ ਲਾਏ ਆ ਜੀ, ਆਪਾਂ ਇਹਨਾਂ ਲੋਕਾਂ ਦੇ ਖੇਤਾਂ ਦੇ ਵਿੱਚ ਦੁਸ਼ਮਣਾਂ ਨੂੰ ਭਜਾਇਆ। ਹਾਂ, ਤੇ ਆਪਾਂ ਇਹਨਾਂ ਦੇ ਹੀ ਧੀਆਂ ਪੁੱਤਾਂ ਬਣ ਕੇ ਫਿਲਮਾਂ 'ਚ ਆਪਣਾ ਨੂੰ ਦਿਖਾਉਂਦੇ ਰਹੇ ਆ ਵੀ ਕਿਸਾਨ ਕੀ ਬੇਟੀ ਹੂੰ, ਕਿਸਾਨ ਕੀ ਬਹੂ ਹੂੰ, ਇਹੀ ਸਾਰਾ ਕੁਝ ਆਪਾਂ ਫਿਲਮਾਂ ਦੇ ਵਿੱਚ ਕਰਦੇ ਰਹੇ ਆ। ਤੇ ਅਸਲ ਦੇ ਵਿੱਚ ਵੀ ਦਰਦ ਪਛਾਣੀਏ ਕਿ ਜਿਹੜੇ ਵਾਕਈ ਆਪਣੀਆਂ ਧੀਆਂ ਭੈਣਾਂ ਦੇ ਨਾਲ, ਆਪਣੇ ਬੱਚਿਆਂ ਦੇ ਨਾਲ, ਬਜ਼ੁਰਗਾਂ ਦੇ ਨਾਲ, ਉਹਨਾਂ ਬਰੂਹਾਂ ਦੇ ਉੱਪਰ ਬੈਠੇ ਨੇ, ਜ਼ਰਾ ਸੋਚ ਕੇ ਵੇਖੀ ਉਹਨਾਂ ਤੇ ਬੀਤ ਕੀ ਰਹੀ ਹੈ। ਆਪਾਂ ਨੂੰ ਤਾਂ ਮਤਲਬ ਏਸੀ ਕਮਰਿਆਂ ਦੇ ਵਿੱਚ ਬੈਠ ਕੇ, ਵੱਡੇ ਬੰਗਲਿਆਂ ਦੇ ਵਿੱਚ ਬੈਠ ਕੇ ਗੱਲਾਂ ਤਾਂ ਜ਼ਰੂਰ ਆਉਂਦੀਆਂ ਨੇ, ਟਿਚਰਾਂ ਕਰਨੀਆਂ ਤਾਂ ਜ਼ਰੂਰ ਆਉਂਦੀਆਂ ਨੇ, ਨਵੇਂ ਨਾਂ ਰੱਖਣੇ ਜ਼ਰੂਰ ਆਉਂਦੇ ਨੇ। ਵੀ ਅੱਗੇ ਤਾਂ ਤੁਸੀਂ ਸਿਰਫ ਇਮਾਰਤਾਂ ਦੇ, ਸੜਕਾਂ ਦੇ ਨਾਂ ਬਦਲਦੇ ਸੀ, ਹੁਣ ਤੁਸੀਂ ਲੋਕਾਂ ਦੇ, ਸਮੂਹਾਂ ਦੇ, ਭੀੜ ਦੇ, ਜਿਹੜੇ ਲੋਕ ਅੰਦੋਲਨ ਕਰ ਰਹੇ ਨੇ ਆਪਣੇ ਹੱਕਾਂ ਦੇ ਲਈ, ਉਹਨਾਂ ਦੇ ਨਾਂ ਬਦਲਣ ਵੀ ਲੱਗ ਗਏ। ਨਹੀਂ, ਹੁਣ ਤਾਂ ਕਿਸਾਨਾਂ ਨੇ ਵੀ ਇਹ ਗੱਲ ਕਹੀ ਆ ਵੀ ਅਸੀਂ ਅੰਦੋਲਨ ਜੀਵੀ ਹੀ ਠੀਕ ਆ। ਹੈ ਤੁਹਾਡਾ ਇਹ ਸ਼ਬਦ ਗਾਲ ਵਰਗਾ, ਪਰ ਅਸੀਂ ਅੰਦੋਲਨ ਜੀਵੀ ਹੀ ਠੀਕ ਆ। ਪਰ ਨਾ ਤਾਂ ਅਸੀਂ ਦੰਗਾ ਜੀਵੀ ਆ, ਨਾ ਅਸੀਂ ਭਾਸ਼ਣ ਜੀਵੀ ਆ, ਤੇ ਨਾ ਹੀ ਅਸੀਂ ਫਿਰਕਾ ਪ੍ਰਸਤੀ ਵਾਲੇ ਜੀਵੀ ਆ, ਤੇ ਨਾ ਹੀ ਅਸੀਂ ਰਕਤ ਜੀਵੀ ਆ। ਨਾ ਅਸੀਂ ਰਕਤ ਜੀਵੀ ਆ, ਅਸੀਂ ਜਿਹੜੇ ਜੀਵੀ ਆ ਸਾਨੂੰ ਉਸ ਜੀਵੀ ਹੋਣ ਦੇ ਉੱਤੇ ਹੀ ਮਾਣ ਆ। ਪਰ ਤੁਸੀਂ ਸਾਡਾ ਮਸਲਾ ਕਦੋਂ ਹੱਲ ਕਰੋਗੇ ਇਹਦੇ ਬਾਰੇ ਜਾਣਕਾਰੀ ਦਿਓ। ਸੋ ਹਿਮਾ ਮਾਲਨੀ ਹੋਰਾਂ ਨੂੰ ਬੇਨਤੀ ਆ ਵੀ ਭਾਵੇਂ ਕਿ ਇਹ ਗੱਲ ਲਾਗੂ ਹੁੰਦੀ ਆ ਵੀ ਜਿਹਦੀ ਖਾਈਏ ਬਾਜਰੀ ਤੇ ਉਹਦੀ ਭਰੀਏ ਹਾਜ਼ਰੀ, ਪਰ ਫਿਰ ਵੀ ਕਦੇ ਨਾ ਕਦੇ ਆਪਣੇ ਅੰਦਰੋਂ ਆਵਾਜ਼ ਉੱਠਦੀ ਹੁੰਦੀ ਆ ਕਿ ਕੀ ਮੈਂ ਸਹੀ ਹਾਂ ਜਾਂ ਕੀ ਮੈਂ ਗਲਤ ਆ। ਜੇ ਤਾਂ ਤੁਹਾਨੂੰ ਪਤਾ ਇਸ ਗੱਲ ਦਾ ਵੀ ਭਾਈ ਕਣਕ ਨੂੰ ਕਿੰਨੇ ਪਾਣੀ ਲੱਗਦੇ ਤੇ ਕਿਹੜੀਆਂ ਸਮੱਸਿਆਵਾਂ ਨਰਮਾ ਬੀਜਦਿਆਂ ਨੂੰ ਆਉਂਦੀਆਂ, ਫਿਰ ਤਾਂ ਟਿੱਪਣੀ ਕਰੋ। ਤੇ ਜੇ ਤੁਹਾਨੂੰ ਪਤਾ ਹੈ ਹੀ ਕੁਛ ਨਹੀਂਗਾ ਤਾਂ ਫਿਰ ਐਵੇਂ ਨਾ ਸ਼ਾਦੀ ਭਰੀ ਜਾਇਆ ਕਰੋ, ਉਹਦੇ ਨਾਲ ਤੁਹਾਡਾ ਅਕਸ ਕਿਹੋ ਜਿਹਾ ਬਣ ਗਿਆ, ਕਦੇ ਇਹਦੇ ਬਾਰੇ ਵੀ ਖਿਆਲ ਕਰੋ ਜੀ। ਨਾਲੇ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਤੁਸੀਂ ਇੰਨੇ ਹੀ ਸਹੀ ਹੋ, ਤੁਹਾਡੇ ਜਿਹੜੇ ਵਿਚਾਰ ਨੇ, ਤੁਹਾਡੇ ਜਿਹੜੇ ਤਰਕ ਨੇ ਉਹ ਅਰਥ ਭਰਪੂਰ ਨੇ, ਤੇ ਫਿਰ ਜਾਓ ਨਾ, ਉੱਥੇ ਬੈਠੇ ਨੇ ਉਹਨਾਂ ਦੇ ਵਿੱਚ ਜਾ ਕੇ ਗੱਲ ਕਰਨ ਦੀ ਹਿੰਮਤ ਕਰੋ ਨਾ। ਫਿਰ ਤੁਸੀਂ ਅਗਲੀਆਂ ਮੀਟਿੰਗਾਂ ਦੀ ਤਰੀਕਾਂ ਕਿਉਂ ਨਹੀਂ ਰੱਖ ਰਹੇ? ਤੁਸੀਂ ਗੱਲ ਕਰਨ ਦੇ ਬਾਰੇ ਸਿਰਫ ਇਹ ਤਾਂ ਕਹੀ ਜਾਂਦੇ ਹੋ ਵੀ ਇੱਕ ਫੋਨ ਕਾਲ ਦੀ ਦੂਰੀ ਤੇ ਹਾਂ ਅਸੀਂ ਗੱਲ ਦੇ ਲਈ ਤਿਆਰ ਹਾਂ, ਅਸੀਂ ਗੱਲ ਕਰਾਂਗੇ, ਫਿਰ ਤਰੀਕਾਂ ਕਿਉਂ ਨਹੀਂ ਮਿੱਥਦੇ ਵੀ ਆਓ ਬਹਿ ਕੇ ਗੱਲ ਕਰਦੇ ਆ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਤੇ ਮੈਂ ਕਦੇ ਇਸ ਗੱਲ ਦੇ ਉੱਤੇ ਵੀ ਹੈਰਾਨ ਹੁੰਨਾ ਵੀ ਸਨੀ ਦਿਓਲ ਦੇ ਬਾਬਤ ਕੰਨਾਂ ਤੇ ਪੋਸਟਰ ਲੱਗੇ ਜੀ, ਹੋਰ ਬੜੇ ਫਿਲਮੀ ਕਲਾਕਾਰਾਂ ਦੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਉੱਠਦੀਆਂ, ਪਰ ਮਾਂ ਦਾ ਪੁੱਤ ਕੋਈ ਬੋਲਦਾ ਹੀ ਨਹੀਂਗਾ। ਵੀ ਉਹਨਾਂ ਨੂੰ ਬੇਨਤੀ ਹੈ ਸਤਿਕਾਰ ਸਹਿਤ ਵੀ ਤੁਸੀਂ ਕੁਝ ਨਾ ਕੁਝ ਬੋਲੋ, ਤੁਸੀਂ ਮਨੁੱਖ ਹੋਣ ਦਾ ਫਰਜ਼ ਅਦਾ ਕਰੋ। ਦੇਖੋ ਹਰਿਆਣਾ ਨੇ ਕਿਹੜਾ ਆ ਕੇ ਇੱਥੇ ਖਾੜੇ ਲਾਉਣੇ ਆ, ਉਹਨੇ ਕਿਹੜਾ ਵਿਆਹਾਂ ਦੇ ਪ੍ਰੋਗਰਾਮ ਲਾ ਕੇ ਜਾਇਆ ਕਰਨੇ ਆ, ਉਹਨੇ ਕਿਹੜਾ ਇੱਥੇ ਕਿਸੇ ਨਾਲ ਦੁਗਾਣਾ ਗਾਉਣਾ ਆ ਕੇ, ਨਾ ਉਹਨੇ ਕਿਸੇ ਦਾ ਇੱਥੇ ਲਿਖਿਆ ਗੀਤ ਗਾਉਣਾ, ਨਾ ਹੀ ਉਹਨੇ ਇੱਥੇ ਮੇਰਾ ਖਿਆਲ ਹੈ ਵੀ ਭਾਰਤ ਦੇ ਵਿੱਚ ਕਦੇ ਉਹ ਆਈ ਹੋਊਗੀ, ਸ਼ਾਇਦ ਜੇ ਆਈ ਹੋਵੇ ਤਾਂ ਸਾਨੂੰ ਪਤਾ ਨਹੀਂਗਾ। ਪਰ ਤੁਸੀਂ ਰਹਿੰਦੇ ਵੀ ਇੱਥੇ ਹੋ, ਤੁਸੀਂ ਜੰਮੇ ਵੀ ਇੱਥੇ ਹੋ, ਤੁਸੀਂ ਮੁੱਲ ਵੀ ਇੱਥੇ ਮੋੜਨਾ ਚਾਹੀਦਾ ਤੁਹਾਨੂੰ, ਤੁਸੀਂ ਚੁਣੇ ਵੀ ਇੱਥੋਂ ਗਏ ਆ, ਪਰ ਫਿਰ ਵੀ ਤੁਸੀਂ ਕੁਝ ਬੋਲਦੇ ਨਹੀਂ। ਦੁੱਖ ਹੁੰਦਾ, ਤੁਹਾਡੇ ਸਾਰਿਆਂ ਨਾਲੋਂ ਤਾਂ ਚੰਗੇ ਉਹ ਕਲਾਕਾਰ ਆ ਜਿਹੜੇ ਕਿ ਅੰਤਰਰਾਸ਼ਟਰੀ ਮਸ਼ਹੂਰੀ ਖੱਟ ਗਏ, ਪਰ ਉਹਨਾਂ ਦੇ ਅੰਦਰ ਜ਼ਮੀਰਾਂ ਜਾਗਦੀਆਂ। ਆਪਾਂ ਤਾਂ ਆਪ ਦਾ ਸੂਤ ਵੇਨੇ ਆ ਵੀ ਸਾਨੂੰ ਕੀ ਬੋਲਣਾ ਚਾਹੀਦਾ ਤੇ ਕੀ ਨਹੀਂ, ਕਦੋਂ ਕੀ ਕਹਿਣਾ, ਕਦੋਂ ਕੀ ਨਹੀਂ ਕਹਿਣਾ। ਮੈਂ ਕੱਲ ਇੱਕ ਸਤਰ ਪੜ੍ਹੀ, ਕਿਸੇ ਨੇ ਆਪਣੇ ਫੇਸਬੁੱਕ ਦੇ ਉੱਪਰ ਲਿਖੀ ਹੋਈ ਸੀ, ਮੈਨੂੰ ਬੜੀ ਚੰਗੀ ਲੱਗੀ। ਉਹਨਾਂ ਨੇ ਸਾਫ਼ ਲਿਖਿਆ ਸੀ ਕਿ ਮੈਂ ਕਿਸਾਨ ਨਹੀਂ ਆ, ਪਰ ਕਿਸਾਨਾਂ ਦੇ ਨਾਲ ਹਾਂ। ਵਾਹ, ਉਹਨਾਂ ਲੋਕਾਂ ਦੀਆਂ ਵੀ ਜ਼ਮੀਰਾਂ ਜਿਉਂਦੀਆਂ ਨੇ। ਦੇਖੋ ਮੈਂ ਫਿਰ ਉੱਥੇ ਗੱਲ ਤੇ ਆ ਗਿਆ ਵੀ ਕਣਕ ਦੀ ਨਹੀਂ ਗੱਲ ਅਣਖ ਦੀ ਆ, ਗੱਲ ਨਾ ਕੱਲੀਆਂ ਫਸਲਾਂ ਦੀ ਨਹੀਂ, ਗੱਲ ਜ਼ਮੀਰਾਂ ਦੀ ਵੀ ਆ, ਗੱਲ ਨਸਲਾਂ ਦੀ ਆ, ਗੱਲ ਨਸਲਾਂ ਦੀ ਵੀ ਆ। ਸੋ ਆਪਣੀ ਹੋਂਦ ਦੀ ਗੱਲ ਵੀ ਆ, ਪੰਜਾਬ ਦੇ ਖੇਤਾਂ ਦੀ ਗੱਲ ਵੀ ਆ, ਸਾਡੇ ਕੁੱਲ ਅਰਥਚਾਰੇ ਦੀ ਗੱਲ ਵੀ ਆ। ਜੇ ਸਾਡੇ ਕੋਲੇ ਖੇਤ ਨਾ ਰਹੇ, ਜਾਂ ਜਿਵੇਂ ਕਿ ਹੁਣ ਕਈ ਤਰ੍ਹਾਂ ਦੀਆਂ ਵਿੱਚ ਘੁੰਡੀਆਂ ਪਾਈਆਂ ਜਾ ਰਹੀਆਂ, ਪ੍ਰਧਾਨ ਮੰਤਰੀ ਸਾਹਿਬ ਤਾਂ ਕਹਿੰਦੇ ਵੀ ਤੁਹਾਨੂੰ ਭੁਲੇਖਾ
ਪਰ ਜਿਨ੍ਹਾਂ ਨੇ ਖੇਤੀਬਾੜੀ ਕਰਨੀ ਆ ਉਹਨਾਂ ਦਾ ਜੇਕਰ ਤੁਸੀਂ ਭੁਲੇਖਾ ਹੀ ਨਹੀਂ ਦੂਰ ਕਰ ਸਕੇ 11 ਮੀਟਿੰਗਾਂ ਦੇ ਵਿੱਚ, ਤਾਂ ਫਿਰ ਦੱਸੋ ਤੁਸੀਂ ਐਵੇਂ ਕਹੀ ਜਾਂਦੇ ਆ ਕਿ ਉਹਦੇ ਕਸੂਰ ਹੈ, ਇਹ ਤਾਂ ਉਹਨੇ ਗੁੰਮਰਾਹ ਕਰ ਲਏ ਹਨ। ਗੁੰਮਰਾਹ ਹੋਇਆ ਬੰਦਾ 2 4 5 ਦਿਨ ਵਾਸਤੇ ਕਿਤੇ ਬਹਿ ਜਾਊਗਾ, ਉਸ 77 ਦਿਨ ਨਹੀਂ ਬਹਿੰਦਾਗਾ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਮੈਂ ਨਾ ਕਈ ਵਾਰ ਇਹ ਸਤਰ ਪੜ੍ਹੀ ਆ ਵੱਖ-ਵੱਖ ਥਾਵਾਂ ਦੇ ਉੱਤੇ ਕਿ ਜਿਹੜੇ ਲੋਕ ਖੁਦ ਨਹੀਂ ਵਿਕਦੇ ਉਹਨਾਂ ਦੀਆਂ ਤਸਵੀਰਾਂ ਵਿਕਦੀਆਂ। ਵਾਹ। ਤੇ ਜਿਹੜੇ ਬੰਦੇ ਖੁਦ ਵਿਕ ਜਾਂਦੇ ਆ, ਜਿਨ੍ਹਾਂ ਦੀ ਜ਼ਮੀਰ ਵਿਕ ਜਾਂਦੀ ਆ, ਤੇ ਉਹਨਾਂ ਨੂੰ ਕੋਈ ਬੇਰਾਂ ਵੱਟੇ ਨਹੀਂ ਸਿਆਣਦਾਗਾ। ਤੇ ਇਹ ਗੱਲਾਂ ਅਸੀਂ ਅਤੀਤ ਦੇ ਵੱਲ ਦੇਖੀਏ, ਸਾਡੇ ਜਿਹੜੇ ਸੂਰਬੀਰ ਯੋਧੇ, ਮਹਾਨ ਯੋਧੇ ਆ, ਉਹ ਆਪ ਨਹੀਂ ਵਿਕੇ ਤੇ ਅੱਜ ਉਹਨਾਂ ਦੀਆਂ ਤਸਵੀਰਾਂ ਲੋਕ ਕੰਧਾਂ ਦੇ ਉੱਤੇ ਘਰਾਂ ਦੇ ਵਿੱਚ ਲਾਉਣ ਦੇ ਵਿੱਚ ਮਾਣ ਮਹਿਸੂਸ ਕਰਦੇ ਆ। ਉਹ ਚਾਹੁੰਦੇ ਆ ਕਿ ਇੱਕ ਵਾਰ ਫਿਰ ਇਹਨਾਂ ਵਰਗਾ ਦੌਰ ਆ ਜੇ। ਉਹ ਚਾਹੁੰਦੇ ਆ ਕਿ ਸਾਡੇ ਸਮਾਜ ਦੇ ਵਿੱਚ ਇੱਕ ਵਾਰ ਫਿਰ ਉਹਦਾ ਦੀ ਕ੍ਰਾਂਤੀ ਉੱਠੇ। ਪਰ ਜਿਹੜੇ ਲੋਕ ਵਿਕਾਊ ਆ, ਉਹ ਮਹਿੰਗੀਆਂ ਗੱਡੀਆਂ ਤਾਂ ਝੂਟ ਲੈਣਗੇ, ਉਹ ਜ਼ਿੰਦਗੀ ਦੀਆਂ ਸਾਰੀਆਂ ਸੁੱਖ ਸਹੂਲਤਾਂ ਦਾ ਮਾਣ ਲੈਣਗੇ, ਪਰ ਕਿਸੇ ਦੇ ਦਿਲ ਦਾ ਝੂਟਾ ਕਦੇ ਨਹੀਂ ਲੈ ਸਕਦੇ। ਹਾਂ ਜੀ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਟਾਣਾ ਸਾਹਿਬ। ਇਸੇ ਲਈ ਇਸ ਵੇਲੇ ਜਿਹੜੇ ਕਿਸਾਨ ਆਗੂ ਵਾਕਈ ਹੀਰੋ ਬਣ ਗਏ ਨੇ, ਜਿਹੜੇ ਵਾਕਈ ਸਾਡੇ ਨਾਇਕ ਨੇ ਅਸਲ ਦੇ ਵਿੱਚ, ਜਿਨ੍ਹਾਂ ਨੇ ਹੁਣ ਤੱਕ ਇਸ ਸੰਘਰਸ਼ ਨੂੰ ਇੱਥੋਂ ਤੱਕ ਪਹੁੰਚਾਇਆ ਹੈ, ਉਹਨਾਂ ਦੀਆਂ ਗੱਲਾਂ ਸਾਰੇ ਪਾਸੇ ਹੋ ਰਹੀਆਂ ਨੇ। ਤੇ ਹੁਣ ਤਾਂ ਕਹਿੰਦੇ ਨੇ ਵੀ ਜਿਹੜੇ ਰਾਕੇਸ਼ ਟਕੈਤ ਹੋਰੀ ਨੇ, ਉਹਨਾਂ ਦੀ ਤਸਵੀਰ ਜਿਹੜੀ ਆ, ਉਹਦੇ ਤਸਵੀਰ ਦੇ ਸਟickers ਜਿਹੜੇ ਨੇ, ਉਹ ਹੁਣ ਸਿੰਘੂ ਬਾਰਡਰ ਤੇ ਆਮ ਹੀ ਵਿਕਦੇ ਹੋਏ ਨਜ਼ਰ ਆਉਂਦੇ ਨੇ। ਦੇਖੋ ਜੀ, ਅਸੀਂ ਇਹ ਚਾਹੁੰਦੇ ਆ ਕਿ ਜਿਨ੍ਹਾਂ ਦੇ ਸਟicker ਵਿਕਦੇ ਆ ਉਹ ਸੱਚੀ ਮੁੱਚੀ ਕਦੇ ਵਿਕਣ ਨਾ, ਕਿਉਂਕਿ ਜੇਕਰ ਉਹ ਇਸ ਮੋੜ ਦੇ ਉੱਤੇ ਆ ਕੇ ਕਿਸੇ ਕਿਸਮ ਦਾ ਸਮਝੌਤਾ ਕਰ ਜਾਂਦੇ ਆ ਤਾਂ ਲੋਕਾਂ ਦਾ ਇੱਕ ਐਸਾ ਭਰੋਸਾ ਟੁੱਟਣਾ ਜਿਹੜਾ ਛੇਤੀ ਕਿਤੇ ਬਹਾਲ ਨਹੀਂ ਹੋਣਾ। ਬਿਲਕੁਲ। ਇਸ ਕਰਕੇ ਜਿਹਦੇ ਵੀ ਸਟicker ਵਿਕਣੇ ਆ ਜ਼ਰੂਰ ਵਿਕਣ, ਜਿਹਦੇ ਵੀ ਅਸੀਂ ਖਰੀਦਣੇ ਆ ਜ਼ਰੂਰ ਖਰੀਦੀਏ, ਪਰ ਇੱਕ ਵਾਰ ਇਸ ਗੱਲ ਨੂੰ ਅਸੀਂ ਪਛਾੜ ਦਈਏ ਵੀ ਅਸੀਂ ਸਿਰਫ ਤੇ ਸਿਰਫ ਕਾਪੀਆਂ ਦੀਆਂ, ਕਿਤਾਬਾਂ ਦੀਆਂ ਜਿਲਦਾਂ ਦੇ ਉੱਤੇ ਫਿਲਮੀ ਐਕਟਰਸ ਦੀਆਂ, ਫਿਲਮੀ ਕਲਾਕਾਰਾਂ ਦੀਆਂ ਤਸਵੀਰਾਂ ਚੜਾਉਂਦੇ ਆ, ਉਹੀ ਜਿਲਦਾਂ ਬੰਨਦੇ ਆ। ਬਿਲਕੁਲ ਸਹੀ। ਅਗਲੀ ਗੱਲ ਇਹ ਆ ਵੀ ਜਿਹੜੇ ਨਾ ਇਸ ਵਕਤ ਕਿਸਾਨ ਆਗੂ ਆ, ਉਹ ਨਿੱਠ ਕੇ ਮਿਹਨਤ ਕਰ ਰਹੇ ਤੇ ਸਾਨੂੰ ਸਾਰੇ ਕਿਸਾਨ ਆਗੂਆਂ ਦੇ ਉੱਤੇ ਮਾਣ ਆ। ਸਾਡੇ ਬਹੁਤ ਸਾਰੇ ਵਖਰੇਵੇਂ ਹੋ ਸਕਦੇ ਆ, ਹੋ ਸਕਦਾ ਤੁਹਾਨੂੰ ਮੇਰੀ ਗੱਲ ਚੰਗੀ ਨਾ ਲੱਗਦੀ ਹੋਵੇ, ਹੋ ਸਕਦਾ ਕਿਸੇ ਦੀ ਗੱਲ ਮੈਨੂੰ ਨਾ ਚੰਗੀ ਲੱਗਦੀ ਹੋਵੇ, ਪਰ ਆਪਾਂ ਇੱਕ ਦੂਜੇ ਦਾ ਜਲੂਸ ਥੋੜੀ ਕੱਢਣਾ ਜੀ। ਆਪਾਂ ਰਹਿਣਾ ਤਾਂ ਇੱਕ ਆ ਨਾ। ਜੇਕਰ ਅਸੀਂ ਇਸ ਮੋੜ ਦੇ ਉੱਤੇ ਆ ਕੇ ਇੱਕ ਦੂਜੇ ਦੇ ਖਿਲਾਫ ਘੁਣਤਰਾ ਕਰਦੇ ਆ, ਜੇ ਉਹਨੂੰ ਮਾੜਾ ਕਹਤਾ ਉਹਨੂੰ ਕਰਤਾ, ਤੇ ਫਿਰ ਇਹਦਾ ਮਤਲਬ ਇਹ ਆ ਵੀ ਜਿਹਦੇ ਨਾਲ ਸਾਡਾ ਮੱਥਾ ਲੱਗਾ ਉਹ ਕੱਛਾ ਵਜਾਉਂਦਾ ਵੀ ਇਹ ਹੈ ਹੀ ਇਸ ਲਾਇਕ। ਜੀ, ਮੈਂ ਨਾ ਟਾਣਾ ਸਾਹਿਬ ਸੋਸ਼ਲ ਮੀਡੀਆ ਦੇ ਉੱਪਰ ਬਿਕਰਮਜੀਤ ਸਿੰਘ ਦੀਆਂ ਲਿਖੀਆਂ ਹੋਈਆਂ ਕੁਝ ਇੱਕ ਲਾਈਨਾਂ ਪੜ੍ਹੀਆਂ ਜਿਹੜੀਆਂ ਕਿ ਮੈਨੂੰ ਬਿਲਕੁਲ ਵਾਜਬ ਤੇ ਢੁਕਦੀਆਂ ਹੋਈਆਂ ਲੱਗੀਆਂ। ਉਹਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਸੀ ਵੀ ਜੇਕਰ ਤੁਸੀਂ ਕਿਸੇ ਇੱਕ ਪੱਖ ਦੇ ਹੱਕ ਦੇ ਵਿੱਚ ਹੋ ਤਾਂ ਮੈਨੂੰ ਕੋਈ ਸਮੱਸਿਆ ਨਹੀਂ ਹੈ, ਜੇਕਰ ਤੁਸੀਂ ਦੂਸਰੇ ਪੱਖ ਦੇ ਹੱਕ ਦੇ ਵਿੱਚ ਹੋ ਮੈਨੂੰ ਤਾਂ ਵੀ ਕੋਈ ਸਮੱਸਿਆ ਨਹੀਂ ਹੈ, ਪਰ ਹਾਂ ਜੇਕਰ ਤੁਹਾਡੇ ਕਿਸੇ ਦੇ ਹੱਕ ਦੇ ਵਿੱਚ ਭੁਗਤਣ ਦਾ ਕਰਕੇ ਇਸ ਅੰਦੋਲਨ ਨੂੰ ਕੋਈ ਸੱਟ ਵੱਜਦੀ ਹੈ ਤਾਂ ਫਿਰ ਮੈਨੂੰ ਸਮੱਸਿਆ ਹੈ। ਜੇਕਰ ਤੁਹਾਡੀ ਇਸ ਫੇਸਬੁੱਕ ਵਾਰ ਦਾ ਕਰਕੇ, ਇਸ ਫੇਸਬੁੱਕ ਦੇ ਉੱਪਰ ਛਿੜੀ ਹੋਈ ਜੰਗ ਦਾ ਕਰਕੇ ਇਸ ਅੰਦੋਲਨ ਦੇ ਵਿੱਚ ਕਿਸੇ ਇੱਕ ਵੀ ਕਿਸਾਨ ਦਾ ਹੌਸਲਾ ਟੁੱਟਦਾ ਹੈ ਤਾਂ ਮੈਨੂੰ ਸਮੱਸਿਆ ਹੈ। ਜੇਕਰ ਤੁਸੀਂ ਇਸ ਅੰਦੋਲਨ ਦੇ ਵਿੱਚ ਹੁੰਦਿਆਂ ਹੋਇਆਂ ਵੀ ਇੱਥੇ ਪੂਰੀ ਹਾਜ਼ਰੀ ਨਹੀਂ ਭਰ ਰਹੇ ਹੋ ਤਾਂ ਫਿਰ ਸਮੱਸਿਆ ਹੈ, ਔਰ ਜੇਕਰ ਤੁਸੀਂ ਇਸ ਅੰਨ ਨੂੰ ਖਾਣ ਤੋਂ ਬਾਅਦ ਇਸ ਅੰਦੋਲਨ ਦੀ ਪੀੜ ਨੂੰ ਹੀ ਨਹੀਂ ਸਮਝ ਸਕੇ ਤਾਂ ਫਿਰ ਤਾਂ ਸਮੱਸਿਆ ਹੈ। ਬਿਲਕੁਲ ਸਹੀ ਗੱਲ ਆ, ਬੜੀਆਂ ਮੁੱਲਵਾਨ ਇਹ ਸਤਰਾਂ ਹੈਗੀਆਂ। ਸੋ ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ ਵੀ ਇਸ ਵਕਤ ਸੰਘਰਸ਼ ਸਿਖਰ ਦੇ ਉੱਤੇ ਆ। ਅੱਜ ਪੰਜਾਬ ਦੇ ਵਿੱਚ ਮਹਾ ਪੰਚਾਇਤ ਹੋਈ ਆ ਜਗਰਾਉਂ ਦੇ ਵਿੱਚ, ਦਾਣਾ ਮੰਡੀ ਵੀ ਲੋੜਿਆਂ ਦਾ ਇਕੱਠ। ਟਾਣਾ ਸਾਹਿਬ ਮੈਂ ਕਹਿੰਦੀ ਆ ਜੀ, ਸਮਝ ਹੀ ਨਹੀਂ ਆਈ ਇੱਕਦਮ, ਕਿਉਂਕਿ ਪਹਿਲਾਂ ਹੀ ਗੱਲਾਂ ਚੱਲ ਰਹੀਆਂ ਸੀ ਕਿ ਜਿਹੋ ਜਿਹੀਆਂ ਮਹਾ ਪੰਚਾਇਤਾਂ ਯੂਪੀ ਦੇ ਵੱਲ ਹੋ ਰਹੀਆਂ ਨੇ, ਹਰਿਆਣੇ ਵੱਲ ਹੋ ਰਹੀਆਂ ਨੇ, ਉਹੋ ਜਿਹੀਆਂ ਮਹਾ ਪੰਚਾਇਤਾਂ ਦੀ ਲੋੜ ਪੰਜਾਬ ਦੇ ਵਿੱਚ ਵੀ ਹੈ। ਤੇ ਹੁਣ ਉਹ ਗੱਲ ਪੰਜਾਬੀਆਂ ਨੇ ਵੀ ਸੱਚੀ ਸਾਬਤ ਕਰ ਦਿੱਤੀ ਕਿ ਵਾਕਈ ਉਹਨਾਂ ਦੇ ਵਿੱਚ ਵੀ ਏਕਾ ਹੈ ਤੇ ਉਹ ਵੀ ਇਸੇ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਦੀ ਹਾਮੀ ਭਰਦੇ ਨੇ। ਬਿਲਕੁਲ ਜੀ, ਤੇ ਚੰਗੀ ਗੱਲ ਆ, ਸਾਨੂੰ ਨਿੱਠ ਕੇ ਅੱਗੇ ਆਉਣਾ ਚਾਹੀਦਾ। ਅਸੀਂ ਰਾਜਨੀਤਿਕ ਲੋਕਾਂ ਦੀਆਂ ਰੈਲੀਆਂ ਦੇ ਵਿੱਚ ਲੋੜਾਂ ਦਾ ਇਕੱਠ ਕਰਕੇ ਦੇਖ ਲਿਆ, ਅਸੀਂ ਉਹਨਾਂ ਦੇ ਪਿੱਛੇ ਨਾਰੇ ਲਾ ਕੇ ਬਹੁਤ ਸਾਰੇ ਦੇਖ ਲਏ ਆ, ਪਰ ਇਸ ਵਕਤ ਥੋੜੀ ਜੀ ਜ਼ਮੀਰ ਜਾਗਦੀ ਰੱਖਣ ਦੀ ਲੋੜ ਹੈਗੀ ਆ। ਤੇ ਬੇਨਤੀ ਮੇਰੀ ਇਹ ਆ ਵੀ ਤੁਸੀਂ ਕਿਸੇ ਵੀ ਸਿਆਸੀ ਪਾਰਟੀ ਨਾਲ ਜੁੜੇ ਆ, ਅਸੀਂ ਤੁਹਾਡੀ ਪਾਰਟੀ ਦੇ ਉੱਤੇ ਟਿੱਪਣੀ ਨਹੀਂ ਕਰਦੇ, ਪਰ ਇਹ ਆ ਵੀ ਜੋ ਤੁਸੀਂ ਅੱਜ ਸੋਚਦੇ ਹੋ ਵੀ ਫਲਾਣੀਆਂ ਰਾਜਨੀਤਿਕ ਧਿਰਾਂ ਦੇ ਕਰਕੇ ਹੀ ਅਸੀਂ ਬਾਰਡਰਾਂ ਦੇ ਉੱਤੇ ਬੈਠੇ ਆ, ਇਸ ਗੱਲ ਨੂੰ ਚੇਤੇ ਰੱਖਿਓ। ਇਹ ਨਾ ਹੋਵੇ ਵੋਟਾਂ ਤੋਂ ਮਹੀਨਾ ਕ ਪਹਿਲਾਂ ਫੇਰ ਭੁੱਲ ਜਾਓ, ਅੱਧੇ ਕਿੱਧਰਲੀ ਝੰਡੀ ਲਈ ਫਿਰਨ, ਅੱਧੇ ਕਿੱਧਰਲੀ ਲਈ ਫਿਰਨ। ਬਿਲਕੁਲ ਸਹੀ। ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਬਿਲਕੁਲ ਜੀ, ਬਿਲਕੁਲ। ਟਾਣਾ ਸਾਹਿਬ, ਅੱਜ ਦੇ ਸਮਾਜ ਦੇ ਵਿੱਚ ਇਹ ਗੱਲ ਆਪਾਂ ਆਮ ਹੀ ਸੁਣਦੇ ਆ ਕਿ ਔਰਤਾਂ ਕਿਸੇ ਵੀ ਕੰਮ ਦੇ ਵਿੱਚ ਬੰਦਿਆਂ ਤੋਂ ਪਿੱਛੇ ਨਹੀਂ। ਬਿਲਕੁਲ ਸਹੀ ਗੱਲ ਆ, ਪਰ ਜਦੋਂ ਇਹੀ ਗੱਲ ਗਲਤ ਵਾਲੇ ਪਾਸੇ ਸਹੀ ਸਾਬਤ ਹੁੰਦੀ ਹੋਈ ਨਜ਼ਰ ਆਉਂਦੀ ਹੈ ਫਿਰ ਦੁੱਖ ਜ਼ਰੂਰ ਹੁੰਦਾ ਹੈ ਵੀ ਇਦਾਂ ਤਾਂ ਨਹੀਂ ਕਿਹਾ ਸੀ ਵੀ ਇਸ ਵਾਲੇ ਬੰਨੇ ਵੀ ਅਸੀਂ ਬਰਾਬਰੀ ਕਰਾਂਗੇ। ਦੇਖੋ, ਜਿਹੜੀ ਬਰਾਬਰਤਾ ਹੁੰਦੀ ਹੈ ਨਾ, ਉਹ ਆਪਾਂ ਤਾਂ ਇਹ ਸੋਚਦੇ ਆ ਵੀ ਭਾਈ ਇਸ ਕੰਮ ਦੇ ਵਿੱਚ ਬਰਾਬਰਤਾ ਹੋਵੇ ਤੇ ਇਹਦੇ 'ਚ ਬਿਲਕੁਲ ਨਾ ਹੋਵੇ, ਪਰ ਇਹ ਦੋਨੋਂ ਪਾਸਿਆਂ ਤੋਂ ਹੀ ਬਰਾਬਰਤਾ ਹੋਣੀ ਹੁੰਦੀ ਆ। ਹੁਣ ਬੰਦੇ ਨਸ਼ਾ ਕਰਦੇ ਵੀ ਆ
ਤੇ ਔਰਤਾਂ ਦੁਖੀ ਹੁੰਦੀਆਂ ਸੀ। ਬਿਲਕੁਲ। ਪਰ ਹੁਣ ਖਬਰਾਂ ਆਉਂਦੀਆਂ ਵੀ ਔਰਤਾਂ ਵੀ ਵੱਡੀ ਗਿਣਤੀ 'ਚ ਦਾਰੂ ਪੀਣ ਲੱਗ ਪਈਆਂ। ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਵੀ ਅਨੁਪਾਤ ਬਰਾਬਰ ਹੈਗਾ, ਪਰ ਔਰਤਾਂ ਵੀ ਲੱਗ ਤਾਂ ਪਈਆਂ ਨਾ। ਅੱਗੇ ਬੰਦੇ ਸਮਗਲਿੰਗ ਕਰਦੇ ਹੁੰਦੇ ਸੀ, ਤਸਕਰੀ ਕਰਦੇ ਸੀ, ਹੁਣ ਖਬਰਾਂ ਆਉਂਦੀਆਂ ਵੀ ਔਰਤਾਂ ਵੀ ਕਰਨ ਲੱਗ ਪਈਆਂ। ਸੋ ਹੁਣ ਇੰਜ ਹੋਈ ਜਾਂਦਾ ਜੀ। ਪਰ ਗੱਲ ਇਹ ਹੈ ਕਿ ਚੰਗੇ ਕੰਮ 'ਚ ਜ਼ਰੂਰ ਬਰਾਬਰਤਾ ਹੋਣੀ ਚਾਹੀਦੀ ਹੈ, ਮਾੜਾ ਕੰਮ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ, ਚਾਹੇ ਕੋਈ ਬੰਦਾ ਹੈ ਚਾਹੇ ਕੋਈ ਬੀਬੀ ਹੈ। ਪਰ ਹੁਣ ਨਾ ਇੱਕ ਗਰੋਹ ਫੜਿਆ ਗਿਆ, ਅੰਤਰਰਾਸ਼ਟਰੀ ਗਰੋਹ। ਅੱਛਾ। 9 ਬੀਬੀਆਂ 2 ਬੰਦੇ ਫੜੇ ਗਏ ਨੇ। ਇਹ ਭਲਾ ਕਰਦੇ ਕੀ ਸੀ? 9 2 11। ਹਾਂ, ਤੇ 9 2 11 ਨੇ, ਹਾਲੇ 12 ਇਹਨਾਂ ਚੋਂ ਫਰਾਰ ਨੇ। ਅੱਛਾ। ਕੁੱਲ ਲਾ ਲਓ ਵੀ ਕਿੰਨੀਆਂ ਹੋਣਗੀਆਂ। ਇਹ ਜਿਹੜਾ ਨਾ ਪੂਨੇ ਕ੍ਰਾਈਮ ਬ੍ਰਾਂਚ ਆ, ਉਹਨਾਂ ਨੇ ਇਹ ਫੜੇ ਨੇ। ਔਰ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀਆਂ ਬੀਬੀਆਂ ਨੇ ਕੀ ਕਰਦੀਆਂ ਸੀ ਵੀ ਜਿਵੇਂ ਵਿਚੋਲੇ ਨਹੀਂ ਹੁੰਦੇ, ਜਿੱਦਾਂ ਆਪਾਂ ਫਿਲਮਾਂ 'ਚ ਵੇਖਦੇ ਆ ਕਿ ਕਿਤੇ ਰਿਸ਼ਤਾ ਹੋ ਗਿਆ, ਬੀਬੀ ਦਾ ਵਿਆਹ ਹੋ ਗਿਆ, ਮੁੜ ਕੇ ਗਹਿਣਾ ਗੱਟਾ ਲੈ ਕੇ ਤੇ ਰਾਤੋਂ ਰਾਤ ਬੀਬੀ ਫਰਾਰ ਹੋ ਗਈ। ਉਹ ਸਾਰਾ ਕੰਮ ਇਹਨਾਂ ਦਾ ਸੀ। ਦੇਖੋ ਗੱਲ ਇਹ ਆ ਵੀ ਇਹ ਜਿਹੜੇ ਕਰ ਜਾਂਦੀਆਂ ਸੀ, ਭਾਗ ਲਾ ਦਿੰਦੀਆਂ ਸੀ ਤੇ ਉੱਥੇ ਐਸਾ ਹੁੰਜਾ ਫੇਰ ਕੇ ਜਾਂਦੀਆਂ ਸੀ ਵੀ ਇਹੋ ਜਿਹੀ ਕਦੇ ਬੌਕਰ ਕਿਸੇ ਨੇ ਫੇਰੀ ਨਹੀਂ ਸੀ ਹੁੰਦੀ। ਜੀ ਜੀ ਜੀ। ਨਾ ਕੋਈ ਘਰ ਦੇ ਵਿੱਚ ਟੂਮ ਛੱਲਾ ਛੱਡਦੀਆਂ ਸੀ, ਨਾ ਕੋਈ ਪੈਸਾ ਟੱਕਾ ਛੱਡਦੀਆਂ ਸੀ। ਇਹ ਬੀਬੀਆਂ ਨੇ ਹੁਣ ਤੱਕ 50 ਤੋਂ ਵੱਧ ਘਰਾਂ ਦੇ ਵਿੱਚ ਇਦਾਂ ਸਫਾਇਆ ਕੀਤਾ। ਇਹ ਬੀਬੀ ਮੰਨ ਲਓ ਇਹ ਨਾ ਬੜੇ ਤਰੀਕੇ ਜਿਹਦੇ ਨਾਲ ਵੀ ਕੋਈ ਕਿਸੇ ਪਾਰਕ ਦੇ ਵਿੱਚ ਬਹਿ ਗਈ ਤੇ ਉਹ ਸੱਜ ਧੱਜ ਕੇ ਜੇ ਬੈਠੀ ਹੈ ਤੇ ਕੋਈ ਨਾ ਕੋਈ ਦਿਲ ਫੈਂਕ ਹੁੰਦਾ ਹੀ ਆ, ਮਿਲ ਹੀ ਜਾਂਦੇ ਆ ਆਮ ਹੀ। ਤੇ ਉੱਥੇ ਜਦੋਂ ਬੰਦਾ ਨੇੜਤਾ ਜੀ ਵਿਖਾਉਂਦਾ ਤੇ ਉਹ ਫਿਰ ਦੂਜੀ ਤੀਜੀ ਮੁਲਾਕਾਤ ਦੇ ਵਿੱਚ ਕਹਿੰਦੀ ਸੀ ਐ ਨਹੀਂ, ਪਿਆਰ ਨਹੀਂ ਕੱਲਾ, ਵਿਆਹ ਦੀ ਗੱਲ ਕਰ ਲੈ। ਉਹ ਬੰਦਾ ਕਹਿ ਦਿੰਦਾ ਵੀ ਦੇਖੋ ਵਿਆਹ ਹੀ ਕਰਵਾ ਲੈਨੇ ਆ, ਕਰਵਾਉਣ ਦੀ ਉਮਰ ਵੀ ਆ। ਇਹ ਜਿਹੜੀਆਂ ਬੀਬੀਆਂ ਇਹ ਪੂਰੀ ਸਕੀਮ ਦੇ ਉੱਤੇ ਹੁੰਦੀਆਂ ਸੀ ਵੀ ਅਚਾਨਕ ਹੀ ਪਿਆਰ ਹੋ ਗਿਆ ਤੇ ਅਚਾਨਕ ਹੀ ਹੋ ਗਿਆ ਵਿਆਹ, ਅਚਾਨਕ ਹੀ ਹੋ ਗਿਆ ਸਫਾਇਆ ਮਹੀਨੇ ਦੇ ਵਿੱਚ ਫਿਰ ਕਿਤੇ ਹੋਰ ਸ਼ਹਿਰ 'ਚ ਜਾ ਕੇ ਹੋਰ ਇਹੋ ਜਿਹਾ ਕੰਮ ਕਰਤਾ ਜੀ। ਇਹ ਹੁਣ ਤੱਕ ਇਹਨਾਂ ਬੀਬੀਆਂ ਨੇ ਗੁਜਰਾਤ, ਮਹਾਰਾਸ਼ਟਰ ਤੇ ਕਰਨਾਟਕਾ ਦੇ ਵਿੱਚ ਆਪਣੇ ਜਿਹੜੇ ਜਲਵੇ ਪੂਰੇ ਦਿਖਾਏ, ਲੋਕਾਂ ਦੇ ਘਰ ਜਿਹੜੇ ਉਹ ਸਾਫ਼ ਕੀਤੇ ਨੇ। ਔਰ ਹੁਣ ਕਹਿੰਦੇ ਕਿ 12 ਜਿਹੜੀਆਂ ਹੋਰ ਫਰਾਰ ਨੇ ਬੀਬੀਆਂ, ਉਹਨਾਂ ਨੂੰ ਲੱਭ ਰਹੀ ਹੈ ਪੁਲਿਸ। ਤੁਸੀਂ ਵੇਖ ਲਓ ਵੀ ਕਿੰਨੇ ਵੱਡੇ ਪੱਧਰ ਤੇ ਕੰਮ ਚੱਲ ਰਿਹਾ ਹੈ। ਕਹਿਣ ਦਾ ਭਾਵ ਇਹ ਹੈ ਵੀ ਜਿਹਦਾ ਜਿੱਥੇ ਸੂਤ ਲੱਗਦਾ ਨਾ ਦਾ ਲਾਉਣ ਦਾ, ਉਹ ਲਾਉਂਦਾ। ਮੈਂ ਤਾਂ ਹੈਰਾਨ ਹੁੰਨਾ ਇਸ ਗੱਲ ਦੇ ਉੱਤੇ ਵੀ ਕੋਈ ਵੀ ਕਿੱਤਾ ਇਹੋ ਜਿਹਾ ਬਚਿਆ ਨਹੀਂ ਜਿੱਥੇ ਕਿ ਦਾ ਨਾ ਲੱਗਦਾ ਹੋਵੇ। ਭਾਵੇਂ ਘੱਟ ਲੱਗਦਾ, ਭਾਵੇਂ ਵੱਧ ਲੱਗਦਾ, ਪਰ ਲੱਗਦਾ ਜ਼ਰੂਰ ਆ ਤੇ ਲਾਉਂਦੇ ਜ਼ਰੂਰ ਆ। ਆ ਵਿਆਹ ਤਾਂ ਹੁਣ ਧੰਦਾ ਬਣਦਾ ਜਾ ਰਿਹਾ, ਸਾਰੇ ਪਾਸੇ ਨਹੀਂ, ਪਰ ਆਪਾਂ ਦੇਖਦੇ ਹਾਂ ਹਰ ਰੋਜ਼ ਕਿ ਭਾਈ ਕੁੜੀ ਆ ਜਿਹੜੀ ਉਹ ਬਾਹਰ ਚਲੀ ਗਈ, ਜਾਣਸਾਰ ਫੋਨ ਬੰਦ ਕਰਤਾ ਉਹਨੇ ਤੇ ਮੁੰਡਾ ਇੱਥੇ ਰਹਿ ਗਿਆ। ਮੁੰਡੇ ਨੇ ਵਿਆਹ ਕਰਵਾਇਆ ਤੇ ਬਾਹਰ ਚਲਾ ਗਿਆ ਤੇ ਫਿਰ ਕੁੜੀ ਇੱਥੇ ਰਹਿ ਗਈ। ਇਹ ਖਬਰਾਂ ਤਾਂ ਇੰਨੀਆਂ ਆਮ ਆ। ਮੈਂ ਅੱਜ ਇੱਕ ਖਬਰ ਪੜ੍ਹ ਰਹੀ ਸੀ, ਉਹ ਵੀ ਜਲੰਧਰ ਦੇ ਨਾਲ ਜੁੜੀ ਹੋਈ ਹੈ। ਵੀ ਇੱਕ ਬੀਬੀ, ਉਹਨੇ ਹੁਣ ਦੋਸ਼ ਲਗਾਏ ਨੇ ਆਪਣੇ ਘਰ ਵਾਲੇ ਦੇ ਉੱਤੇ। ਉਹ ਕਹਿੰਦੇ ਕਿ ਬਾਹਰਲੇ ਮੁਲਕ ਦੇ ਵਿੱਚ ਪੱਕੀ ਸੀ ਤੇ ਉੱਥੇ ਉਹਨੇ ਉਸ ਤੋਂ ਬਾਅਦ ਉਹ ਇੰਡੀਆ ਆਈ ਤੇ ਇੰਡੀਆ ਦੇ ਵਿੱਚ ਆ ਕੇ ਉਹਨੇ ਵਿਆਹ ਕਰਾ ਲਿਆ ਤੇ ਮੁੜ ਕੇ ਘਰ ਵਾਲੇ ਨੂੰ ਬਾਹਰ ਲੈ ਗਈ ਆਪਣੇ ਨਾਲ। ਉੱਥੇ ਜਾ ਕੇ ਤੇ ਘਰ ਵਾਲਾ ਕਹਿੰਦਾ ਵੀ ਹਾਂ ਵੀ ਤੂੰ ਕੌਣ? ਉਹਦੀ ਕੋਈ ਪਹਿਲਾਂ ਹੀ ਮਹਿਲਾ ਮਿੱਤਰ ਜਿਹੜੀ ਹੈ ਉਹ ਉੱਥੇ ਰਹਿ ਰਹੀ ਸੀ, ਪੜਨ ਦੇ ਲਈ ਆਈ ਹੋਈ ਸੀ ਤੇ ਭਾਈ ਸਾਹਿਬ ਹੁਣੀ ਬਾਹਰਲੇ ਮੁਲਕ ਪਹੁੰਚ ਕੇ ਘਰ ਵਾਲੀ ਨੂੰ ਮਾਰੀ ਲੱਤ ਤੇ ਆਪ ਉਧਰ ਚਲੇ ਗਏ ਵੀ ਮੈਂ ਤਾਂ ਉਹਦੇ ਨਾਲ ਹੀ ਰਹੂੰਗਾ। ਬੜੀ ਮਾੜੀ ਗੱਲ ਆ ਭਾਈ। ਦੇਖੋ ਪਾਰਦਰਸ਼ੀ ਹੋਣਾ ਚਾਹੀਦਾ, ਪਰ ਦੂਜੀ ਗੱਲ ਇਹ ਮੈਂ ਨਾ ਬੜਾ ਦੁਖੀ ਹਾਂ ਇਸ ਗੱਲ ਦੇ ਉੱਤੇ। ਪੰਜਾਬੀ ਅਖਬਾਰ ਵੀ ਕਹੀ ਜਾਂਦੇ ਰਹਿੰਦੇ ਆ, ਤੁਸੀਂ ਵੀ ਕਹਿਤਾ, ਹੋਰ ਵੀ ਬੜੇ ਲੋਕ ਕਹਿੰਦੇ ਆ ਮਹਿਲਾ ਮਿੱਤਰ ਕੀ ਹੁੰਦਾ। ਤੁਸੀਂ ਕਹੋ ਵੀ ਉਹਦੀ ਸਹੇਲੀ ਆ, ਤੁਸੀਂ ਕਹੋ ਵੀ ਉਹਦੀ ਔਰਤ ਦੋਸਤ ਆ। ਇਹ ਮਹਿਲਾ ਤਾਂ ਹਿੰਦੀ ਦਾ ਸ਼ਬਦ ਆ, ਮਿੱਤਰ ਵੀ ਹਿੰਦੀ ਦਾ ਜੀ। ਨਹੀਂ, ਮਿੱਤਰ ਵੀ ਹਿੰਦੀ ਦਾ, ਹਾਂ, ਪਰ ਆਪਾਂ ਮੇਰਾ ਪਿਆਰਾ ਮਿੱਤਰ ਪੰਜਾਬੀ 'ਚ ਲਿਖਦੇ ਆ। ਆਪਾਂ ਇੱਕ ਸ਼ਬਦਾਂ ਦੀ ਘੁਸਪੈਠ ਕਰਵਾਤੀ ਆ ਨਾ। ਅੱਛਾ ਜੀ। ਇਹ ਮੇਰਾ ਸੱਜਣ ਆ, ਇਹ ਮੇਰਾ ਸਨੇਹੀ ਆ, ਇਹ ਮੇਰਾ ਦੋਸਤ ਆ, ਇਹ ਮੇਰਾ ਪਰਮ ਪਿਆਰਾ, ਇਹ ਮੇਰੇ ਹਿੱਕ ਦੇ ਵਾਲ ਵਰਗਾ, ਇਹ ਮੇਰੀ ਜਿੰਦ ਜਾਨ ਆ। ਬਸ ਨਹੀਂ ਤਾਂ ਅੱਗੇ ਤੱਕ ਜਾਣ ਦੀ ਲੋੜ ਹੀ ਨਹੀਂ ਸੀ। ਮੈਨੂੰ ਪਹਿਲਾਂ ਹੀ ਸਮਝ ਆ ਗਈ ਵੀ ਆਪਾਂ ਦੋਸਤ ਕਹਿਣਾ। ਹਾਂ। ਜੱਜ ਦਾ ਵਿਚਾਰ। ਟਾਣਾ ਸਾਹਿਬ, ਵਿਆਹ ਹੋ ਰਿਹਾ। ਫਿਰ ਵਿਆਹ ਹੋ ਰਿਹਾ? ਪਹਿਲਾਂ ਵਾਲਾ ਠੀਕ ਨਹੀਂ ਸੀ? ਉਹ ਨਹੀਂ, ਜਿਹੜੀ ਖਬਰ 'ਚ ਸਾਂਝਾ ਕੀਤਾ ਉਹ ਠੀਕ ਨਹੀਂ ਰਿਹਾ। ਓਹੋ, ਉਹ ਤਾਂ ਚਲੋ ਹੋ ਗਿਆ ਆ ਹੋਣ ਵਾਲਾ ਤਾਂ ਹੋਰ ਹੀ ਕਮਾਲ ਹੈ। ਇੱਕ ਹੋਰ ਵਿਆਹ ਹੋ ਰਿਹਾ। ਇਹ ਵਿਆਹ ਜਿਹੜਾ ਹੋ ਰਿਹਾ ਕਮਾਲ ਦਾ ਹੋ ਰਿਹਾ। ਕੜਾਈ ਚੜ ਗਈ ਆ, ਹਲਵਾਈ ਆ ਗਿਆ। ਅੱਛਾ। ਉੱਥੇ ਪੂਰੀ ਬੂੰਦੀ ਬਦਾਨਾ ਸਭ ਦਾ ਪ੍ਰਬੰਧ ਕਰ ਲਿਆ। ਉੱਥੇ ਪਕੌੜੀਆਂ ਕੱਢੀਆਂ ਜਾਣੀਆਂ, ਮਿੱਠੀਆਂ ਤੇ ਲੂਣ ਵਾਲੀਆਂ। ਉਹ ਮੈਨੂੰ ਵੀ ਪਸੰਦ ਆ ਥੋੜੀਆਂ ਜਿਹੀਆਂ, ਮੈਂ ਵੀ ਲੈ ਆਉਣੀਆਂ। ਜਲੇਬੀਆਂ, ਸ਼ੱਕਰਪਾਰੇ, ਲੱਡੂ, ਗੁਲਾਬ ਜਾਮਣਾ, ਰਸਗੁੱਲੇ, ਸ਼ੈਨਾ ਮੁਰਗੀ, ਸਾਰਾ ਕੁਝ ਬਣੂਗਾ। ਐ ਕਰੋ, ਲੇਟ ਨਾ ਹੋ ਜਿਓ, ਜਾਣਾ ਤੁਹਾਨੂੰ ਜੈਪੁਰ ਪੈਣਾ ਨਾ, ਫਿਰ ਉਦੋਂ ਤੱਕ ਬੂੰਦੀ ਠੰਡੀ ਨਾ ਹੋ ਜਾਵੇ ਤੇ ਤੁਸੀਂ ਟਾਈਮ ਨਾਲ ਹੀ ਪ੍ਰੋਗਰਾਮ ਕਰਕੇ ਤਾਂ ਨਿਕਲੋ ਫਿਰ। ਤੇ ਬੂੰਦੀ ਥੋੜੀ ਜਿਹੀ ਸਾਡੇ ਲਈ ਵੀ ਲੈ ਆਇਓ ਆਉਂਦੇ ਹੋਏ, ਕਿਤੇ ਮਤਲਬ ਦੇਰੀ ਨਹੀਂ ਹੋਣੀ ਚਾਹੀਦੀ। ਜਾਣਾ ਸਮੇਂ ਮੁੱਕ ਗਈ ਨਾ ਤੇ ਫਿਰ ਐਵੇਂ ਮੂੰਹ ਜਾ ਲਟਕਾ ਕੇ ਤੁਰੇ ਫਿਰੋਗੇ, ਬੂੰਦੀ ਨਹੀਂ ਮਿਲੀ ਫਾਇਦਾ ਕੀ। ਦੱਸ ਲਓ। ਤੁਹਾਡੇ ਨਾਲ ਸਾਡਾ ਕੋਈ ਬੂੰਦੀ ਦਾ ਮੁਕਾਬਲਾ ਵੀ ਨਹੀਂਗਾ। ਅੱਛਾ। ਜਿਹਨੂੰ ਅਸੀਂ ਬੂੰਦੀ ਕਹਿੰਦੇ ਨਾ ਵੀ ਦਹੀਂ ਦੇ ਵਿੱਚ ਬੂੰਦੀ ਪਾਈ, ਤੁਸੀਂ ਉਹਨੂੰ ਪਕੌੜੀਆਂ ਕਹਿੰਦੇ ਆ। ਜਿਨ੍ਹਾਂ ਨੂੰ ਅਸੀਂ ਪਕੌੜੀਆਂ ਕਹਿੰਦੇ ਆ, ਉਹ ਲੂਣ ਵਾਲੀਆਂ ਤੇ ਮਿੱਠੀਆਂ ਹੁੰਦੀਆਂ, ਉਹ ਲੰਮੀਆਂ ਹੁੰਦੀਆਂ। ਉਹ ਪਕੌੜੀਆਂ ਥੋੜੀ ਹੁੰਦੀਆਂ, ਉਹ ਤਾਂ ਸੀਰ ਨਹੀਂ ਹੁੰਦੀ।
ਸੀਰਨੀ ਕੁੱਲ ਹੁੰਦੀ ਆ ਜਿਹਦੇ ਵਿੱਚ ਭਾਜੀ ਹੋਵੇ ਸਾਰੀ। ਜੀ, ਜੀ, ਹੁਣ ਤੁਸੀਂ ਜੀ। ਕਹੋਗੇ ਭਾਜੀ ਕੀ ਹੋਗੀ, ਨਹੀਂ, ਅਸੀਂ ਕਹਿੰਦੇ- ਤੁਸੀਂ ਇਹ ਤਾਂ ਨਹੀਂ ਕਹਿੰਦੇ ਵੀ ਅਸੀਂ ਭਾਜੀ ਤਾਂ ਸਿਰਫ ਮੋੜਨ ਵਾਲੀ ਹੁੰਦੀ ਆ। ਉਹ ਨਹੀਂ, ਅਸੀਂ ਭਾਜੀ ਹੋਈ ਕਹਿੰਦੇ ਆ, ਪਰ ਉਹ ਲੂਣ ਵਾਲੀ ਹੁੰਦੀ ਆ ਤੇ ਉਹ ਮਿੱਠੀ ਹੁੰਦੀ ਆ। ਵਾਹ, ਇਹ ਕੀ ਗੱਲ ਹੋਈ ਟਾਣਾ ਚਲੋ ਤੁਸੀਂ ਬੂੰਦੀ ਤੇ ਹੀ ਆਓ। ਹਰ ਵੀਕ ਉਹ ਤੇ ਬੋਲੀ ਜਿਹੜੀ ਉਹ ਬਦਲ ਜਾਂਦੀ ਹੈ, ਇਹਦੇ ਤੇ ਕੋਈ ਮੁਕਾਬਲਾ ਨਹੀਂ ਕਰ ਸਕਦੇ। ਜਦੋਂ ਮੈਂ ਪਹਿਲੀ ਵਾਰ ਇੱਥੇ ਆ ਕੇ ਬੂੰਦੀ ਵੇਖੀ ਨਾ, ਮੈਂ ਬੂੰਦੀ ਪਤਾ ਕਿਹੜੀ ਹੁੰਦੀ ਹੈ? ਹਾਂ। ਬੂੰਦੀ ਹੁੰਦੀ ਹੈ ਜਿਹਦੇ ਨਾਲ ਲੱਡੂ ਵੱਟੇ ਜਾਂਦੇ ਨੇ, ਉਹ ਬੂੰਦੀ। ਵਾਹ ਸੱਚੀ? ਤੁਸੀਂ ਉਹਨੂੰ ਕੀ ਕਹਿੰਦੇ ਹੋ? ਭਾਈ ਕਾਹਨ ਸਿੰਘ ਨਾਭਾ ਨੇ ਵੀ ਇੰਨੇ ਸ਼ਬਦ ਨਹੀਂ ਸੀ ਕੱਢੇ। ਅੱਛਾ, ਮੈਨੂੰ ਤੁਸੀਂ ਦੱਸੋ ਵੀ ਜਿਹੜੇ ਲੱਡੂ ਆਪਾਂ ਵੱਟਦੇ ਆ, ਜਦੋਂ ਉਹ ਲੱਡੂ ਹਲੇ ਨਹੀਂ ਉਹ ਵੀ ਬੂੰਦੀ ਹੋਊਗੀ, ਉਹਨੂੰ ਵੀ ਕਹਿੰਦੇ, ਪਰ ਇਹ ਵੀ ਬੂੰਦੀ ਹੁੰਦੀ ਆ। ਐਵੇਂ ਇੱਕ ਚੀਜ਼ ਦੇ ਮਤਲਬ ਇੱਕੋ ਨਾ ਦੋ ਚੀਜ਼ਾਂ ਦੇ ਕਿਵੇਂ ਹੋ ਸਕਦੇ ਨੇ? ਹਾਂ, ਤੁਹਾਡੇ ਹੋ ਸਕਦੇ ਆ ਪੇ ਤਨਖਾਹ ਵੀ, ਤੇ ਪੇ ਪਾਪੇ ਨੂੰ ਵੀ ਕਹੀ ਜਾਂਦੇ ਆ। ਉਹ ਪਿਓ ਹੁੰਦਾ, ਪੇ ਨਹੀਂ ਹੁੰਦਾ, ਉਹ ਪਿਓ ਹੁੰਦਾ। ਮੈਂ ਤਾਂ 20 ਵਾਰੀ ਸੁਣਿਆ ਇੱਥੇ। ਤੁਸੀਂ ਤਾਂ ਨੁਕਸ ਹੀ ਕੱਢੀ ਜਾ ਰਹੇ ਮੈਂ ਤਾਂ ਮੇਰਾ ਪੇ ਨਾ ਦੋਵੇਂ ਚਲੇ ਗਏ, ਮੈਂ ਕਿਹਾ ਵੀ ਨਾਲ ਤਨਖਾਹ ਹੀ ਲੈ ਗਿਆ ਫਿਰ। ਨਹੀਂ, ਤੁਸੀਂ ਨੁਕਸ ਕੱਢਣ ਚ ਵਿਸ਼ਵਾਸ ਰੱਖਣ ਲੱਗ ਗਏ ਹੋ, ਬਦਲੋ ਆਪਣੇ ਆਪ। ਤੇ ਮੈਂ ਜਿਹੜੀ ਗੱਲ ਉਧਰ ਬੂੰਦੀ ਠੰਡੀ ਹੋ ਗਈ, ਭੂਆ ਜੀ ਨੂੰ ਕਹਿਣਗੇ ਮੇਰੇ ਭੂਜੀ। ਕੌਣ ਕਹਿੰਦਾ ਭੂਜੀ? ਭੂਆ ਜੀ ਹੀ ਹੁੰਦੇ ਆ। ਭੂਆ ਜੀ ਸਤਿਕਾਰਯੋਗ ਹੁੰਦੇ ਆ, ਆ ਭੂਜੀ ਨਹੀਂ ਹੁੰਦਾ। ਤੁਸੀਂ ਮੇਰੇ ਮੂੰਹੋਂ ਕਦੀ ਸੁਣੇ ਨੇ ਇਹੋ ਜਿਹੇ ਲਫ਼ਜ਼? ਇੱਕ ਵਾਰ ਸੁਣਿਆ ਸੀ। ਕਦੋਂ ਸੁਣਿਆ ਸੀ? ਅਗਲੀ ਗੱਲ ਤੇ ਆਓ। ਕਿੰਨੇ ਝੂਠੇ ਆ ਤੁਸੀਂ, ਸ਼ਰੇਆਮ ਹੀ ਮੁੱਕਰ ਜਾਂਦੇ ਆ ਟਾਣਾ ਸਾਹਿਬ। ਹਾਂ ਚਲੋ, ਮੈਂ ਗੱਲ ਕਰ ਰਹੀ ਸੀ ਬੂੰਦੀ ਦੀ, ਨਹੀਂ ਵਿਆਹ ਦੀ। ਵਿਆਹ ਹੋਣਾ, ਵਿਆਹ। ਹਾਂ, ਮੱਸਾਂ ਹੀ। ਹਾਂ, ਕੀ ਭਲਾ ਵਿਆਹ ਮਸਾਂ ਹੀ ਹੋਣਾ, ਜੈਪੁਰ ਚ ਹੋਣਾ। ਹਾਂ, ਵਿਆਹ ਲਈ ਮਸਾਂ ਹੀ ਅਗਲੀ ਨੂੰ ਜ਼ਮਾਨਤ ਮਿਲੀ ਹੈ 10 ਦਿਨਾਂ ਦੀ। ਵਿਆਹ ਲਈ ਮਸਾਂ ਹੀ ਜ਼ਮਾਨਤ ਮਿਲੀ ਆ। ਸਿੱਧਾ ਕੋ ਵੀ ਐਸਡੀਐਮ ਦੇ ਨਾਲ ਸੰਬੰਧਿਤ ਖਬਰ ਹੈ। ਹਾਂਜੀ, ਉਹਦੇ ਉੱਤੇ 10 ਲੱਖ ਰੁਪਏ ਦੀ ਰਿਸ਼ਵਤ ਦਾ ਦੋਸ਼ ਲੱਗਾ ਸੀ। ਪਿਛਲੇ ਕਾਫੀ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਸੀ। ਹੁਣ ਉਹਨੂੰ ਕੁਝ ਦਿਨਾਂ ਦੀ ਜ਼ਮਾਨਤ ਮਿਲੀ ਆ, ਕਿਉਂਕਿ ਜੱਜ ਦੇ ਨਾਲ ਉਹਦਾ ਵਿਆਹ ਹੋਣਾ, ਤੇ ਬਸ ਹੁਣ ਵੱਜੇ ਲਓ, ਗੱਲ ਖਤਮ ਹੋ ਗਈ। ਬਹੁਤ ਅੱਛੀ ਗੱਲ ਹੈ, ਵੱਜੇ ਜਾਣੇ ਹੁਣ। ਹਾਂ, ਪਰ ਵੀ ਇਹ ਖਬਰ ਆ ਨਾ ਜਿਹੜੀ, ਇਹ ਬੜੀ ਹੈਰਾਨੀਜਨਕ ਸੀਗੀ ਵੀ ਐਸਡੀਐਮ ਦੇ ਉੱਤੇ ਦੋਸ਼ ਲੱਗੇ ਆ, ਆਪਾਂ ਰਹਿਣ ਨਹੀਂ ਦਿੱਤੀ ਨਾ, ਤੇ ਜੱਜ ਆ ਜਿਹੜਾ ਉਹਦੇ ਨਾਲ ਵਿਆਹ ਹੋ ਰਿਹਾ। ਦੇਖੋ, ਦਿਲ ਮਿਲਿਆਂ ਦੇ ਮੇਲੇ, ਇੱਥੇ ਵਿਛੜ ਗਿਆ ਦੀਆਂ ਯਾਦਾਂ, ਇਹ ਗੱਲ ਤਾਂ ਚੱਲਦੀ ਆਈ ਆ, ਪਰ ਇਹਦੇ ਉੱਤੇ ਹੈਰਾਨੀ ਜ਼ਰੂਰ ਹੋਈ ਆ। ਬਿਲਕੁਲ, ਬਹੁਤ ਹੋਈ ਹੈ। ਮੈਂ ਬਹੁਤ ਹੈਰਾਨ ਸੀ ਟਾਣਾ ਸਾਹਿਬ, ਪਰ ਜਦੋਂ ਹੀ ਬੂੰਦੀ ਦੀ ਗੱਲ ਆਈ ਮੈਂ ਸਭ ਕੁਝ ਭੁੱਲ ਗਈ। ਅੱਛਾ, ਹਾਂ, ਬਹੁਤ ਹੈਰਾਨ ਹੋਈ ਹੈ। ਟਾਣਾ ਸਾਹਿਬ ਅਮਰੀਕਾ ਜਾਣਾ? ਕੰਮ ਕਾਫੀ ਹੁੰਦੇ ਆ, ਜਾਊਂਗਾ ਜੀ, ਜੇ ਕੋਈ ਬੁਲਾਊਗਾ ਤਾਂ 2 ਹਫ਼ਤੇ ਲਈ ਜਾ ਸਕਦਾ, ਬਹੁਤਾ ਸਮਾਂ ਨਹੀਂ। ਜੋ ਬਾਈਡਨ ਹੋਰਾਂ ਦਾ ਫੋਨ ਆਇਆ ਸੀ ਮੈਨੂੰ। ਅੱਛਾ, ਕਹਿੰਦੇ ਮੈਂ ਪਹਿਲਾਂ ਤਾਂ ਉਡੀਕ ਰਿਹਾ ਸੀ ਜਦੋਂ ਮੈਂ ਸਹੁੰ ਚੱਕਣੀ ਸੀ ਵੀ ਉਦੋਂ ਸ਼ਾਇਦ ਟਾਣਾ ਹੋਰੀ ਆਉਣਗੇ, ਪਰ ਉਹ ਵਾਅਦਾ ਕਰਕੇ ਨਹੀਂ ਆਏ। ਕਹਿੰਦੇ ਕੰਮ ਬਹੁਤ ਆ ਤੇ ਹੁਣ ਉਹ ਜ਼ਰੂਰ ਆਉਣ। ਦੇਖੋ, ਮੈਂ ਸਾਰੇ ਦੇਸ਼ਾਂ ਦਾ ਸਤਿਕਾਰ ਕਰਦਾ, ਪਰ ਗੱਲ ਇਹ ਆ ਵੀ ਮੇਰੇ ਮਾਤਾ ਜੀ ਢਿੱਲੇ ਮੱਠੇ ਰਹਿੰਦੇ ਆ, ਤੇ ਉਹਨਾਂ ਦਾ ਦੇਖਭਾਲ ਕਰਨੀ ਬੜੀ ਜ਼ਰੂਰੀ ਹੁੰਦੀ ਆ। ਇਸ ਕਰਕੇ ਮੈਂ ਅਮਰੀਕਾ ਜਾਊਂਗਾ, ਪਰ ਜੇ ਮੈਨੂੰ ਕੋਈ 15 ਦਿਨ ਲਈ ਸੱਦੇ ਤੇ ਮੈਂ ਚਲਾ ਜਾਊਂਗਾ, ਕੋਈ ਗੱਲ ਨਹੀਂ। ਮੈਂ ਮਾਣ ਸਤਿਕਾਰ ਬਹੁਤ ਕਰਦਾ ਭੈਣ ਭਰਾਵਾਂ ਦਾ, ਜੇ ਕੋਈ ਸੱਦੂਗਾ ਕੋਈ ਨਹੀਂ। ਆਪਾਂ ਜੋ ਬਾਈਡਨ ਹੋਰਾਂ ਨੂੰ ਇੱਥੇ ਸੱਦ ਲੈਣੇ ਆ, ਦੇਖ ਲਓ, ਨਾਲੇ ਚਾਹ ਦੇ ਵਿਚਾਰ ਚ ਗੱਲਾਂ ਕਰਾਂਗੇ 4, ਨਾਲੇ ਥੋੜੀ ਬੂੰਦੀ ਖਵਾ ਦੇਾਂਗੇ। ਜੀ ਬਿਲਕੁਲ, ਪਰ ਮੈਂ ਇਹ ਗੱਲ ਤਾਂ ਕੀਤੀ ਹੈ ਟਾਣਾ ਸਾਹਿਬ, ਕਿਉਂਕਿ ਅਮਰੀਕਾ ਦੇ ਵਿੱਚ ਇੱਕ ਸ਼ਹਿਰ ਹੈ, ਉੱਥੇ ਹੁਣ ਉੱਥੋਂ ਦੇ ਜਿਹੜੇ ਮੇਅਰ ਨੇ ਉਹਨਾਂ ਦਾ ਨਾਮ ਹੈ ਡੇਨ ਗਿਬਸਨ ਸਾਹਿਬ ਨੇ। ਜੀ, ਉਹਨਾਂ ਨੇ ਇਹ ਐਲਾਨ ਕੀਤਾ ਹੈ ਕਿ ਉਸ ਸ਼ਹਿਰ ਦੇ ਵਿੱਚ ਜੇਕਰ ਕੋਈ ਬੰਦਾ ਸ਼ਿਫਟ ਹੋ ਜਾਵੇ ਤਾਂ $2500 ਜਿਹੜਾ ਉਹਨੂੰ ਉਦੋਂ ਦਿੱਤਾ ਜਾਊਗਾ, ਤਾਂ $300 ਹਰ ਮਹੀਨੇ ਦਿੱਤਾ ਜਾਊਗਾ। ਅੱਛਾ ਜੀ, 15000 ਲੋਕ ਇਸ ਸ਼ਹਿਰ ਦੇ ਵਿੱਚ ਰਹਿੰਦੇ ਨੇ, ਤੇ ਇਸ ਸ਼ਹਿਰ ਦਾ ਨਾਮ ਹੈ ਨਾਚੇਜ਼ ਜੀ। ਜਿਹੜੇ ਉੱਥੇ ਜਾਣਗੇ ਨਾਚੀਜ਼, ਜਿਹੜੇ ਵੀ ਉਹ ਨਾਚੇਜ਼ ਦੇ ਵਿੱਚ ਜਿਹੜੇ ਜਾਣਗੇ, ਉਹਨਾਂ ਨੂੰ $1500 ਮਿਲੂਗਾ, $2500 ਮਿਲੂਗਾ, ਤੇ $300 ਮਿਲੂਗਾ। ਤਾਂ ਇੱਥੇ ਤੁਸੀਂ ਖਤਮ ਕਰਤਾ ਸੀ ਨਾ। $300 ਮਿਲੂਗਾ ਹਰ ਮਹੀਨੇ ਜੀ। ਉਹ ਕਹਿੰਦੇ ਵੀ ਇਸ ਨਾਚੇਜ਼ ਸ਼ਹਿਰ ਦੀ ਆਬਾਦੀ ਬਹੁਤ ਥੋੜੀ ਆ, ਤੇ ਇਸ ਕਰਕੇ ਇੱਥੇ ਰੌਣਕ ਮੇਲਾ ਲਾਉਣ ਦੇ ਲਈ ਰੰਗ ਭਾਗ ਇੱਥੇ ਲੱਗੇ ਰਹਿਣ, ਇੱਥੇ ਵਸੋਂ ਵਾਵਾ ਹੋ ਜੇ, ਸੰਘਣੀ ਹੋ ਜੇ। ਮਾੜਾ ਜਿਹਾ ਕਿਤੇ ਪੰਜਾਬ ਵੱਲ ਨੂੰ ਇਹ ਗੱਲ ਫੋਨ ਕਰਕੇ ਕਿਸੇ ਇੱਕ ਦਿਨ ਦੱਸ ਦਿੰਦੇ ਨਾ, ਤੇ ਹੁਣ ਨੂੰ ਵਸੋਂ ਸਭ ਵੀ ਨਹੀਂ ਸੀ ਜਾਣੀ। ਮੈਂ ਕਹਿੰਦਾ ਵੀ ਇੱਥੇ ਇੱਕ ਵਾਰੀ ਸੂਚਨਾ ਪਹੁੰਚਾ ਦਿਓ ਸਹੀ ਵੀ ਸਿਰਫ ਤੁਹਾਡੇ ਕੋਲੇ 5 ਘੰਟੇ ਆ, ਜਾਂ 2 ਘੰਟੇ, ਜਾਂ ਘੰਟਾ ਇੱਕ ਆ, ਨਾਚੇਜ਼ ਦੇ ਵਿੱਚ ਵੇਖੋ ਬਣਦਾ ਕੀ ਆ। ਵੜ ਕੇ ਤੁਸੀਂ ਧੱਕੇ ਨਾਲ ਜੇ ਬਾਹਰ ਵੀ ਭੇਜੋਗੇ ਨਾ, ਬੱਸ ਬਹੁਤ ਆਬਾਦੀ ਹੋ ਗਈ, ਹੁਣ ਥਾਂ ਮੁੱਕ ਗਈ, ਉਹ ਵੀ ਰਹਿਣਗੇ। ਆ ਨਾ ਚੀਜ਼ ਨੂੰ ਤਾਂ ਲੈ ਜਾਓ। ਹਾਂ, ਉਹ ਕਹਿਣਗੇ ਅਸੀਂ ਇੱਕ ਘਰ 'ਚ 22 ਜਣੇ ਰਹਿ ਲਾਂਗੇ, ਕੋਈ ਚੱਕਰ ਹੀ ਨਹੀਂ, ਇੱਕ ਵਾਰ ਲੈ ਕੇ ਤਾਂ ਜਾਓ। ਕਹਿੰਦੇ ਵੀ ਇੱਥੇ ਘਰ ਵੀ ਬਹੁਤ ਸਸਤੇ ਆ, ਖਾਣ ਪੀਣ ਦਾ ਸਮਾਨ ਵੀ ਹੋਰ ਬਹੁਤ ਸਸਤਾ। ਵੈਸੇ ਵੀ ਦੁਨੀਆ ਦੇ ਵਿੱਚ ਕਈ ਦੇਸ਼ ਇਹੋ ਜਿਹੇ ਆ ਜਿਹੜੇ ਕਿ ਆਪਣੇ ਕਿਸੇ ਸੂਬੇ ਦੇ ਵਿੱਚ, ਆਪਣੇ ਕਿਸੇ ਖਾਸ ਖੇਤਰ ਦੇ ਵਿੱਚ ਲੋਕਾਂ ਦੀ ਵਸੋਂ ਵਧਾਉਣ ਦੇ ਲਈ ਸਮੇਂ-ਸਮੇਂ ਦੇ ਉੱਤੇ ਸਕੀਮਾਂ ਸ਼ੁਰੂ ਕਰਦੇ ਆ, ਜਿਵੇਂ ਕਿ ਨਾਚੇਜ਼ ਵਾਲਿਆਂ ਨੇ ਸ਼ੁਰੂ ਕੀਤੀ। ਚਲਿਏ ਫਿਰ ਟਾਈਮ ਨਾ, ਨਹੀਂ ਮੈਂ ਦੱਸਿਆ ਤਾਂ ਹੈ। ਨਹੀਂ ਆਪਾਂ ਨਾਚੇਜ਼ 'ਚ ਜਾ ਕੇ ਚਾਹ ਦਾ ਵਿਚਾਰ ਕਰਾਂਗੇ, ਸਾਰਿਆਂ ਨੂੰ ਨਾਲ ਲੈ ਕੇ ਜਾਵਾਂਗੇ। ਫਿਕਰ ਕਿਉਂ ਕਰਦੇ ਹੋ, ਮਾਤਾ ਜੀ ਵੀ ਨਾਲ ਹੀ ਜਾਣਗੇ। ਅੱਛਾ, ਹਾਂ, ਵਾਹ, ਫਿਕਰ ਨਾ ਕਰੋ ਟਾਣਾ ਸਾਹਿਬ। ਅਗਲੇ ਹੁਣ ਜੇ ਚਾਹੁੰਦੇ ਨੇ
ਕਿ ਉੱਥੇ ਲੋਕ ਆ ਕੇ ਰਹਿਣ, ਸਾਰਾ ਕੁਝ ਇੰਨਾ ਸਸਤਾ ਮਿਲ ਰਿਹਾ। ਇੱਥੇ ਤਾਂ ਵੈਸੇ ਵੀ ਪੈਟਰੋਲ ਮਹਿੰਗਾ ਹੋ ਗਿਆ, ਰਸੋਈ ਦੀ ਗੈਸ ਵੀ ਮਹਿੰਗੀ, ਬਿਜਲੀ ਦਾ ਬਿੱਲ ਵੀ ਮਹਿੰਗਾ, ਉੱਥੇ ਸਸਤਾ ਵੀ ਮਿਲ ਰਿਹਾ, ਤੇ ਫੇਰ ਹੋਰ ਕੀ ਚਾਹੀਦਾ। ਚਲਿਏ ਟਾਈਮ ਨਾਲ। ਵਾਹ, ਆ ਗਿਬਸਨ ਦਾ ਫੋਨ ਤੜਕੇ ਆਇਆ ਲੱਗਦਾ। ਜੀ ਬਹੁਤ ਮਿਹਨਤ ਕੀਤੀ। ਹਾਂ ਮੈਂ ਕਿਹਾ ਚੱਲ ਕੋਈ ਗੱਲ ਨਹੀਂ। ਫੋਨ ਮੈਨੂੰ ਵੀ ਆਇਆ ਸੀ, ਮੈਂ ਮੋਟਰਸਾਈਕਲ ਤੇ ਸੀ, ਮੈਂ ਕਿਹਾ ਬਾਅਦ ਚ ਗੱਲ ਕਰਦੇ ਆ। ਤਾਂ ਹੀ ਰਹਿ ਗਏ, ਮੈਨੂੰ ਆਫਰ ਮਿਲ ਗਈ। ਉਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਹੋ ਸਕੇ ਡਾਣਾ ਸਾਹਿਬ ਨੂੰ ਵੀ ਕਿਉਂ ਵਿਚਾਰ ਕਰਨ। ਮੈਂ ਕਿਹਾ ਜ਼ਰੂਰ ਅੱਜ ਪ੍ਰੋਗਰਾਮ 'ਚ ਗੱਲ ਕਰਾਂਗੇ। ਤੇ ਆਪਾਂ ਹੁਣ ਚੱਲੀਏ। ਹਾਂ ਫਿਲਹਾਲ ਪ੍ਰੋਗਰਾਮ ਸਮੇਟਦੇ ਆ, ਇੱਥੋਂ ਚੱਲਦੇ ਆ। ਬਿਲਕੁਲ ਜੀ। ਤੇ ਸਮਾਪਤੀ ਤੋਂ ਪਹਿਲਾਂ ਅਸੀਂ ਫੇਰ ਦੱਸਣਾ ਚਾਹੁੰਦੇ ਆ ਵੀ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਵਕਤ ਕਿਸਾਨ ਪਹੁੰਚੇ ਹੋਏ ਆ। ਉੱਥੇ ਕਲਾਕਾਰਾਂ ਦੀਆਂ ਬੱਸਾਂ ਭਰ ਕੇ ਵੀ ਜਾ ਰਹੀਆਂ। ਮਤਲਬ ਇਹ ਆ ਵੀ ਭਾਵੇਂ ਵਪਾਰੀ ਆ, ਭਾਵੇਂ ਅਧਿਆਪਕ ਆ, ਭਾਵੇਂ ਡਾਕਟਰ ਆ, ਭਾਵੇਂ ਵਕੀਲ ਆ, ਭਾਵੇਂ ਹੋਰ ਜਿਹੜੇ ਵੱਖ-ਵੱਖ ਅਹੁਦਿਆਂ ਦੇ ਉੱਤੇ ਸਾਬਕਾ ਜਾਂ ਵਰਤਮਾਨ ਲੋਕ ਆ, ਸਾਬਕਾ ਫੌਜੀ ਭਰਾ ਜਿਹੜੇ, ਉਹ ਸਾਰੇ ਦੇ ਸਾਰੇ ਨਿੱਠ ਕੇ ਇਸ ਵਕਤ ਉੱਥੇ ਮਿਹਨਤ ਕਰ ਰਹੇ ਆ। ਕੀ ਪਤਾ ਕਿਸੇ ਨਾ ਕਿਸੇ ਦਿਨ ਸਰਕਾਰ ਝੁਕ ਜੇ, ਪਰ ਜਿਸ ਤਰੀਕੇ ਦੀਆਂ ਗੱਲਾਂ, ਉਸ ਤੋਂ ਬਾਅਦ ਕਦੇ ਕਦਾਈ ਮੇਰੇ ਮਨ ਦੇ ਵਿੱਚ ਵੀ ਨਾ ਥੋੜੀ ਜਿਹੀ ਨਿਰਾਸ਼ਾ ਆਉਂਦੀ ਆ ਵੀ ਯਾਰ ਸਾਡੇ ਭੈਣਾਂ ਵੀਰ ਇੰਨੇ ਚਿਰ ਤੋਂ ਬੈਠੇ ਆ, ਇਹਨਾਂ ਨੂੰ ਤੰਗ ਹੀ ਕਰੀ ਜਾਂਦੇ ਆਪਾਂ ਮਾਨਸਿਕ ਤੌਰ ਦੇ ਉੱਤੇ, ਪਰ ਨਹੀਂ ਮੰਨਦੇ। ਜੇਕਰ ਆਪਾਂ ਡਟੇ ਰਹੇ ਸ਼ਾਇਦ ਮੰਨ ਵੀ ਜਾਣ, ਤੇ ਅਸੀਂ ਆਸ ਕਰਦੇ ਕੋ ਮੰਨਣਗੇ। ਬਿਲਕੁਲ, ਇੱਥੇ ਬੈਠ ਕੇ ਹਾਸਾ ਖੇਡਾ ਕਰਨ ਦਾ ਮਕਸਦ ਵੀ ਇਹੀ ਹੁੰਦਾ ਹੈ ਕਿ ਇਸ ਵੇਲੇ ਬਹੁਤ ਜ਼ਿਆਦਾ ਨਕਾਰਾਤਮਕ ਮਾਹੌਲ ਬਣਿਆ ਹੋਇਆ। ਇਸ ਵੇਲੇ ਹਰ ਬੰਦਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਨਿਰਾਸ਼ ਹੈ ਅੰਦਰੋਂ, ਤੇ ਉਹ ਇੱਕ ਕੋਸ਼ਿਸ਼ ਕਰੀਦੀ ਹੈ ਕਿ ਥੋੜਾ ਜਿਹਾ ਧਿਆਨ ਦੂਸਰੇ ਵਾਲੇ ਬੰਦੇ ਨੂੰ ਜਾਏ, ਥੋੜਾ ਜਿਹਾ ਬੰਦਾ ਖੁਸ਼ ਹੋ ਜਾਏ, ਥੋੜਾ ਜਿਹਾ ਆਪਣੇ ਅੰਦਰ ਇੱਕ ਹੁਲਾਰਾ ਜਿਹਾ ਆਏ, ਥੋੜੀ ਜਿਹੀ ਨਿਰਾਸ਼ਾ ਖਤਮ ਹੋਏ। ਸੋ ਉਹਦੇ ਲਈ ਕੋਸ਼ਿਸ਼ ਜ਼ਰੂਰ ਕਰਦੇ ਜੇ ਕਿਸੇ ਨੂੰ ਵੀ ਇਹ ਲੱਗਦਾ ਵੀ ਹੱਸਦੇ ਕਿਉਂ ਆ, ਤਾਂ ਮੇਰੀ ਬੇਨਤੀ ਵੀ ਤੁਹਾਡਾ ਕੋਈ ਨੁਕਸਾਨ ਹੋਇਆ ਹੋਵੇ ਹੱਸਣ ਦੇ ਕਰਕੇ ਜੀ, ਤਾਂ ਅਸੀਂ ਦੇਣਦਾਰ ਆ। ਬਿਲਕੁਲ ਸਹੀ। ਤੇ ਬਾਕੀ ਫਿਲਹਾਲ ਦੇ ਲਈ ਅਸੀਂ ਪ੍ਰੋਗਰਾਮ ਸਮੇਟਦੇ ਹਾਂ ਜੀ। ਜਾਣਦਾ ਹੋ ਗਿਆ ਵੇਲਾ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਦੋਵਾਂ ਦੀ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।